Hello everyone, welcome to Man Ma'am classes. I'm your teacher Pooja Man here. I hope you all are doing good, fit and fine. हंसते खेलते मुस्कुराते तुसी क्लास अटेंड कर रहे होगे. So we are doing ICSE Board English Reader Class 4 book case Vibrant English Reader 4. Lesson number 11. The Father of the Nation. Father of the Nation. फादर मतलब पिता, नेशन मतलब देश. देश केड़ा? अपना देश. अपने देश दे फादर आपां किन्नू कहने आ? महात्मा गांधी नू. ठीक है, महात्मा गांधी जी नू आपां फादर ऑफ द नेशन कहने आ. ठीक है, ते आपां अज इन्ना बारे ही पढ़ांगे. जो भी स्टोरी है क्रिएट कीती हुई है, ठीक है, वो आपां इन्ना बारे मतलब पढ़ांगे. ठीक है, चलो फिर आपां ये सारी स्टोरी पढ़दे आ. स्टोरी माध्यम है एक बेटा कुणाल ते ਉਹਦੇ ਪਿਤਾ ਜੀ. ਠੀਕ ਹੈ, ਉਹ ਆਪਸ 'ਚ ਗੱਲ ਕਰ ਰਹੇ ਹੈ. ਠੀਕ ਹੈ, ਚਲੋ. ਦ ਫਾਦਰ ਆਫ ਦ ਨੇਸ਼ਨ. ਇਟ ਵਾਜ਼ ਦ 1st of October. ਇਹ ਅਕਤੂਬਰ ਦਾ ਪਹਿਲਾ ਦਿਨ ਸੀ. ਸਿੰਸ ਦ ਨੈਕਸਟ ਡੇ ਵਾਜ਼ ਅ ਹੋਲੀਡੇ, Kunal's father was taking him to see a film that was being shown as part of a festival on Oscar-winning films. Kunal ਦੇ ਪਾਪਾ, ਕਿਉਂਕਿ ਅਗਲੇ ਦਿਨ ਛੁੱਟੀ ਸੀ. ਅਗਲੇ ਦਿਨ ਛੁੱਟੀ ਕਿਹੜੇ ਦਿਨ? 2 October. ਠੀਕ ਹੈ, ਕਿਉਂਕਿ 2 October ਨੂੰ ਛੁੱਟੀ ਸੀ, ਇਸ ਕਰਕੇ ਉਹਦੇ ਪਾਪਾ ਕੁਨਾਲ ਨੂੰ ਇੱਕ ਮੂਵੀ ਦਿਖਾਉਣ ਲਈ ਲੈ ਕੇ ਜਾ ਰਹੇ ਸੀ ਜੋ ਕਿ ਆਸਕਰ ਵਿਨਿੰਗ ਸੀਗੀ. ਆਸਕਰ ਵਿਨਿੰਗ ਮੂਵੀ ਸੀ. ਦ ਨੇਮ ਆਫ ਦ ਮੂਵੀ ਵਾਜ਼ ਗਾਂਧੀ. ਮੂਵੀ ਦਾ ਨਾਮ ਸੀਗਾ ਗਾਂਧੀ. ਇਟ ਵਾਜ਼ ਮੇਡ ਬਾਈ ਦ ਫੇਮਸ ਐਕਟਰ ਡਾਇਰੈਕਟਰ ਸਰ ਰਿਚਰਡ ਅਟਨਬੋਰੋ ਐਂਡ ਰਿਲੀਜ਼ਡ ਇਨ 1982. मूवी ਦਾ ਨਾਮ ਗਾਂਧੀ. ਠੀਕ ਹੈ, ਉਹ ਜਿਹੜੀ ਬਣਾਈ ਗਈ ਸੀ ਉਹ ਅਟਨਬੋਰੋ ਜੋ ਐਕਟਰ ਤੇ ਡਾਇਰੈਕਟਰ ਹੈਗੇ ਉਹਨਾਂ ਵੱਲੋਂ 1982 ਚ ਬਣਾਈ ਗਈ ਸੀ. ਆਸਕਰ ਵਿਨਿੰਗ ਮੂਵੀ ਹੈ ਤੇ ਕੁਨਾਲ ਦੇ ਪਾਪਾ ਉਹਨੂੰ ਇਹ ਮੂਵੀ ਦਿਖਾਉਣ ਲਈ ਲੈ ਕੇ ਜਾ ਰਹੇ ਸੀਗੇ. ਬਿਫੋਰ ਦੇ ਲੈਫਟ ਹੋਮ ਕੁਨਾਲ ਸੈਡ ਟੂ ਹਿਸ ਫਾਦਰ, ਪਾਪਾ ਦ ਫਿਲਮ ਇਜ਼ ਅਬਾਊਟ ਗਾਂਧੀ ਜੀ, ਰਾਈਟ? ਜਦੋਂ ਫਿਲਮ ਦੇਖਣ ਲਈ ਜਾਣ ਲਈ ਉਹ ਘਰ ਜਦੋਂ ਉਹਨਾਂ ਨੇ ਛੱਡਣਾ ਸੀ, ਮਤਲਬ ਘਰ ਤੋਂ ਜਾਣ ਤੋਂ ਪਹਿਲੇ ਕੁਨਾਲ ਨੇ ਆਪਣੇ ਪਾਪਾ ਨੂੰ ਪੁੱਛਿਆ ਕਿ ਪਾਪਾ ਕੀ ਜੋ ਆਪਾਂ ਫਿਲਮ ਦੇਖਣ ਜਾ ਰਹੇ ਹਾਂ ਉਹ ਗਾਂਧੀ ਜੀ ਤੇ ਆ, ਕੀ ਮੈਂ ਸਹੀ ਹਾਂ? ਯੈਸ ਰਿਪਲਾਈਡ ਹਿਸ ਡੈਡ. ਉਹਦੇ ਪਾਪਾ ਨੇ ਜਵਾਬ ਦਿੱਤਾ, ਹਾਂ ਸਹੀ ਹੈ. ਵਾਟ ਡੂ ਯੂ ਨੋ ਅਬਾਊਟ ਹਿਮ? ਤੁਸੀਂ ਉਹਨਾਂ ਬਾਰੇ ਕੀ ਜਾਣਦੇ ਹੋ? ਨਾਟ ਇਨਫ ਆਈ ਥਿੰਕ. ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਮੈਂ ਜਾਣਦਾ, ਹੈ ਨਾ. ਪਾਪਾ ਨੇ ਪੁੱਛਿਆ ਕਿ ਕੀ ਤੈਨੂੰ ਗਾਂਧੀ ਬਾਰੇ ਕੁਝ ਜ਼ਿਆਦਾ ਪਤਾ ਹੈ? ਉਹਨੇ ਕਿਹਾ ਨਹੀਂ, ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ ਹੈ. ਸੋ ਲੈਟਸ ਹੈਵ ਅ ਕੁਇਜ਼ ਐਂਡ ਲਰਨ ਸਮਥਿੰਗ ਮੋਰ ਅਬਾਊਟ ਹਿਮ. ਤੇ ਚਲੋ ਆਪਾਂ ਕੁਇਜ਼ ਖੇਡਦੇ ਹਾਂ. ਕੁਇਜ਼ ਮਤਲਬ ਜਿਸ 'ਚ ਕੁਐਸਚਨ ਪੁੱਛੇ ਜਾਂਦੇ ਤੇ ਆਨਸਰ ਦਿੱਤੇ ਜਾਂਦੇ ਆ ਨਾ, ਕਿ ਚਲੋ ਆਪਾਂ ਫਿਰ ਕੁਇਜ਼ ਖੇਡਦੇ ਹਾਂ ਅਤੇ ਉਹਨਾਂ ਬਾਰੇ ਹੋਰ ਜਾਣਦੇ ਹਾਂ. ਹੇਅਰ ਗੋਜ਼. ਵਾਈ ਇਜ਼ ਟੁਮਾਰੋ ਅ ਹੋਲੀਡੇ? ਚਲੋ ਦੱਸੋ ਫਿਰ ਕੱਲ ਛੁੱਟੀ ਕਿਉਂ ਹੈ? It's Gandhi Jayanti, the birth anniversary of the great Mahatma. क्योंकि कल गांधी जयंती है, इस करके कल छुट्टी है, जो कि बर्थ एनिवर्सरी. जयंती मतलब बर्थडे होना. ठीक है, कि इस दिन गांधी जी का जन्म होया सी. Correct. What was his full name and where and when was he born? बिल्कुल सही. चलो फिर दसो उन्हां दा पूरा नाम की है, ओ किथे ਤੇ ਕਦੋਂ ਪੈਦਾ ਹੋਏ ਸੀ? ਮੋਹਨਦਾਸ ਕਰਮਚੰਦ ਗਾਂਧੀ, ਇਹ ਉਹਨਾਂ ਦਾ ਪੂਰਾ ਨਾਮ ਹੈ. ਫੁੱਲ ਨੇਮ ਹੈ ਮੋਹਨਦਾਸ ਕਰਮਚੰਦ ਗਾਂਧੀ. ਪੋਰਬੰਦਰ ਇਨ ਗੁਜਰਾਤ. ਇਹ ਵੇਅਰ ਦਾ ਆਨਸਰ ਕਿ ਕਿੱਥੇ ਪੈਦਾ ਹੋਏ ਸੀਗੇ, ਕਿ ਪੋਰਬੰਦਰ ਇਨ ਗੁਜਰਾਤ. 1868 1868 ਮਤਲਬ ਇਹ ਕਦੋਂ ਪੈਦਾ ਹੋਈ ਸੀ? ਕਦੋਂ ਪੈਦਾ ਹੋਈ ਸੀ? 1868. ਸੁਪਰ. ऑल राइट एक्सेप्ट द ईयर. इट वॉज 1869. बिल्कुल सही, सारा कुछ सही है सिवाय कादे? सन दे, साल दे. साल सीगा 1869. ओके सर, टाइम फॉर मी टू बी अ क्विज मास्टर, सेड कुनाल. ठीक है श्रीमान, हुण क्वेश्चन पूछण दी वारी मेरी है. हुण क्विज मास्टर मैं हाँ, मतलब हुण मैं सवाल करांगा. ट्राई दिस, कोशिश करो. महात्मा गांधी was one of the greatest freedom fighters and fought against the British to help India win independence in 1947. गांधी जी महान आज़ादी लड़ाकू सी. ठीक है, तो ਉਹ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜ ਕੇ ਉਹਨਾਂ ਨੇ 1947 ਵਿੱਚ ਦੇਸ਼ ਨੂੰ ਆਜ਼ਾਦ ਕਰਵਾਇਆ ਸੀ. But what was he by profession? Profession मतलब पेशा.
ਕਿ ਜਿੱਦਾਂ ਹੁਣ ਤੁਸੀਂ ਤੁਹਾਡੇ ਪਾਪਾ ਹੈ, ਠੀਕ ਹੈ, ਉਹਨਾਂ ਦਾ ਪੇਸ਼ਾ ਕੀ ਹੈ, ਠੀਕ ਹੈ, ਘਰ 'ਚ ਮੰਨ ਲਓ ਤੁਹਾਡੇ ਚਾਚਾ ਹੈ, ਤੁਹਾਡੇ ਮਾਮਾ ਹੈ, ਠੀਕ ਹੈ, ਹਰ ਇੱਕ ਦਾ ਅਲੱਗ ਅਲੱਗ ਪੇਸ਼ਾ ਹੋਏਗਾ। ਕੋਈ ਫਾਰਮਰ ਹੋਏਗਾ, ਕੋਈ ਲਾਇਰ ਹੋਏਗਾ, ਕੋਈ ਡਾਕਟਰ ਹੋਏਗਾ, ਠੀਕ ਹੈ, ਜੋ ਵੀ ਤੁਸੀਂ ਕੰਮ ਕਰ ਰਹੇ ਹੋ, ਠੀਕ ਹੈ, ਫॉर अर्निंग, दैट इज योर प्रोफेशन, ठीक है। गांधी जी वाज अ लॉयर। कुणाल ने पूछा कि वो बाय उन्हों का प्रोफैशन की सी, उन्हों का पैशा की सी। गांधी जी वाज अ लॉयर, गांधी जी एक वकील सी, गांधी जी ने वकालत की हुई सी, ठीक है, वो एक वकील सी। ही प्रैक्टिस्ड लॉ in South Africa for 21 years and returned to India at the age of 45। उन्होंने 21 साल साउथ अफ्रीका विच प्रैक्टिस किया लॉ नूं। ਜਿਹੜੇ ਇਹ ਹੁੰਦੇ ਆ ਨਾ, ਲਾਇਰ ਹੋ ਗਏ, ਡਾਕਟਰ ਹੋ ਗਏ, ਠੀਕ ਹੈ, ਔਰ ਆਰਕੀਟੈਕਟ ਹੋ ਗਏ, ਇਹਨਾਂ ਦਾ ਜਿਹੜਾ ਕੰਮ ਹੁੰਦਾ ਨਾ ਉਹਨੂੰ ਕਹਿੰਦੇ ਪ੍ਰੈਕਟਿਸ ਕਰਨਾ, ਠੀਕ ਹੈ। आई एम प्रैक्टिसिंग आर्किटेक्चर, आई एम प्रैक्टिसिंग डॉक्टर, ठीक है, मेडिसिन, आई एम प्रैक्टिसिंग मेडिसिन, आई एम प्रैक्टिसिंग लॉ, ठीक है। मतलब हर कोई जो भी ये प्रोफैशन है ना, वकील कभी ये नहीं कहेगा कि मैं जी जॉब करता वकील दी, आई एम प्रैक्टिसिंग लॉ, ठीक है। डॉक्टर कभी नहीं कहेगा कि मैं डॉक्टर की जॉब करता, आई एम प्रैक्टिसिंग मेडिसिन। आर्कीटैक्ट जो है वो हमेशा कहेगा आई एम प्रैक्टिसिंग आर्कीटैक्चर, ठीक है। तो उन्होंने ਜਿਹੜੀ ਲਾਅ ਦੀ ਪ੍ਰੈਕਟਿਸ 21 ਸਾਲ ਸਾਊਥ ਅਫਰੀਕਾ 'ਚ ਕੀਤੀ ਸੀ, ਅਤੇ ਜਦੋਂ 45 ਈਅਰਸ ਦੇ ਹੋਏ, ਉਹਨਾਂ ਦੀ ਏਜ 45 ਈਅਰ ਹੋਈ, ਉਦੋਂ ਇੰਡੀਆ ਵਾਪਸ ਆਏ। 10 ਪੁਆਇੰਟਸ ਟੂ ਮੀ, ਮੈਨੂੰ 10 ਪੁਆਇੰਟ ਮਿਲ ਗਏ। ਨਾਓ ਲੈਟ ਮੀ ਟੈਸਟ ਯੂ ਔਨ ਹਿਜ਼ ਚਾਈਲਡਹੁੱਡ। ਹੁਣ ਮੈਂ ਤੁਹਾਨੂੰ ਟੈਸਟ ਕਰਦਾ, ਮਤਲਬ ਕਿ ਮੈਂ ਦੇਖਦਾ ਕਿ ਤੈਨੂੰ ਉਹਨਾਂ ਦੇ ਬਚਪਨ ਬਾਰੇ ਪਤਾ ਹੈ। ਵਾਜ਼ ਹੀ ਅ ਸ਼ਾਈ ਬॉय ਹੂ ਡਿਡਨਟ ਸਪੀਕ ਮਚ, ਯੈਸ ਔਰ ਨੋ, ਕਿ ਉਹ ਬਚਪਨ 'ਚ ਸ਼ਾਏ ਬੱਚੇ ਸੀ, ਮਤਲਬ ਜਿਹੜਾ ਕਿਸੇ ਨਾਲ ਜ਼ਿਆਦਾ ਨਹੀਂ ਬੋਲਦਾ, ਸ਼ਰਮਾਕਲ ਜਿਹਾ ਹੁੰਦਾ ਹੈ, ਕਿ ਉੱਦਾਂ ਦੇ ਔਰ ਉਹ ਜ਼ਿਆਦਾ ਨਹੀਂ ਬੋਲਦੇ ਸੀ। ਹਾਂ ਹੈ ਕਿ ਨਾ ਹੈ? आई थिंक ही वॉज, हाँ वो शाई सी, ठीक है, राइट अगेन। ही यूज्ड टू रन होम स्ट्रेट आफ्टर स्कूल टू अवॉइड टॉकिंग टू एनीवन। बिल्कुल सही। वो ਸਕੂਲ ਤੋਂ ਘਰ ਨੂੰ ਭੱਜ ਕੇ ਆ ਜਾਂਦੇ ਸੀਗੇ, ਸਿੱਧੇ ਸਕੂਲ ਤੋਂ ਘਰ ਨੂੰ ਭੱਜ ਕੇ ਆ ਜਾਂਦੇ ਸੀ ਤਾਂ ਕਿ ਉਹਨਾਂ ਨੂੰ ਕਿਸੇ ਨਾਲ ਜ਼ਿਆਦਾ ਗੱਲ ਨਾ ਕਰਨੀ ਪਵੇ। ਆਲਸੋ ਡਿਡ ਯੂ ਨੋ ਦੈਟ ਗਾਂਧੀ ਜੀ ਵਾਜ਼ ਨਾਟ ਅ ਵੈਰੀ ਗੁੱਡ ਸਟੂਡੈਂਟ। ਤੇ ਕੀ ਤੈਨੂੰ ਪਤਾ ਹੈ ਕਿ ਗਾਂਧੀ ਜੀ ਇੱਕ ਅੱਛੇ ਵਿਦਿਆਰਥੀ ਵੀ ਨਹੀਂ ਸੀ, ਮਤਲਬ ਜਾਂ ਤਾਂ ਪੜ੍ਹਾਈ 'ਚ ਅੱਛੇ ਨਹੀਂ ਹੋਣਗੇ, ਹੈ ਨਾ। I didn't know that, ਮੈਨੂੰ ਇਹ ਪਤਾ ਨਹੀਂ ਸੀ, said ਕੁਨਾਲ। ਕੁਨਾਲ ਨੇ ਕਿਹਾ ਮੈਨੂੰ ਇਹ ਪਤਾ ਨਹੀਂ ਸੀ। But what I know is that he once made a promise to his father that he would never tell a lie and he kept his promise। ਤੇ ਜਿੰਨਾ ਮੈਨੂੰ ਪਤਾ ਹੈ ਉਹ ਇਹ ਹੈ ਕਿ ਉਹਨਾਂ ਨੇ ਇੱਕ ਵਾਰ ਪ੍ਰੋਮਿਸ ਕੀਤਾ ਸੀਗਾ ਆਪਣੇ ਪਾਪਾ ਨਾਲ, ਆਪਣੇ ਪਿਤਾ ਜੀ ਨਾਲ, ਕਿ ਉਹ ਕਦੀ ਝੂਠ ਨਹੀਂ ਬੋਲਣਗੇ, ਤੇ ਉਹਨਾਂ ਨੇ ਆਪਣਾ ਪ੍ਰੋਮਿਸ ਜਿਹੜਾ ਉਹ पूरा किया, अपना वादा पूरा किया, उन्होंने सारी उम्र झूठ नहीं बोलिया। ही डिड, हाँ ये सही है, उन्होंने प्रॉमिस किया सीगा ते उन्होंने कभी झूठ नहीं बोलिया। एंड डिड यू नो दैट गांधी जी स्टार्टेड द सत्याग्रह मूवमेंट। कि तेनू पता है गांधी जी ने सत्याग्रह मूवमेंट शुरू किया सी। मूवमेंट मतलब विरोध करना, ठीक है। ही टोल्ड पीपल टू प्रैक्टिस नॉन वायलेंस। नॉन वायलेंस मतलब लड़ाई नहीं करनी, लड़ाई झगड़े नाल नहीं कुछ भी किसी भी चीज़ का हल हुंदा। उन्होंने लोगों को ये प्रैक्टिस कराने की कोशिश की। ही फर्स्ट स्टार्टेड इट इन जोहान्सबर्ग वैन ही वॉज इन साउथ अफ्रीका। पहले उन्होंने सत्याग्रह जड़ा जोहान्सबर्ग साउथ अफ्रीका च शुरू किया सीगा। इट फाइनली हैल्प्ड इंडिया इन इट्स फाइट फॉर इंडिपेंडेंस। ये जी नॉन वायलेंस मूवमेंट सी, इन्हें इंडिया नू आज़ादी लैन च मदद की। डू यू नो वट द वर्ड सत्या एंड आग्रह मीनस। की तेनू पता है सत्या एंड आग्रह का मतलब की है? सत्या मीनस ट्रुथ, डैड, बट वट अबाउट आग्रह? सत्य का मतलब है सच, पर आग्रह का की मतलब है पापा? इट मीन्स बीइंग स्ट्रोंग एंड डूइंग व्हाट यू थिंक इज राइट। कि ਇਹਦਾ मतलब है आग्रह का मतलब है कि स्ट्रोंग रहना ते हमेशा जो तुसी सोच रहे हो ਉਹਦੇ ਉੱਤੇ ਚੱਲਣਾ, मतलब कि सही का साथ देना। My mother suddenly interrupted us saying, मेरी मम्मा ने ये बोलते हुए सानू अचानक इंटरप्ट किया। The truth gentlemen is that I have
to now be firm with you and ask you to leave or you will be late for the movie. ਉਹਨੇ ਕੁਨਾਲ ਨੂੰ ਤੇ ਉਹਦੇ ਪਾਪਾ ਨੂੰ ਇੰਟਰਪਟ ਕਰਦੇ ਹੋਏ ਕਿਹਾ ਕਿ ਜੈਂਟਲਮੈਨ, ਇਸ ਵੇਲੇ ਸਭ ਤੋਂ ਸੱਚ ਇਹ ਹੈ ਕਿ ਜੇ ਆਪਾਂ ਲੇਟ ਹੋ ਗਏ ਤੇ ਆਪਾਂ ਜਲਦੀ ਨਾ ਨਿਕਲੇ ਤਾਂ ਆਪਾਂ ਮੂਵੀ ਲਈ ਲੇਟ ਹੋ ਜਾਵਾਂਗੇ. ਮਮ ਵਾਸ ਦ ਬੌਸ ਆਫ ਦ ਹਾਊਸ. ਮੰਮੀ ਘਰ ਦੀ ਮਾਲਕ ਸੀ, ਬੌਸ ਸੀ. ਆਈ ਨਿਊ ਇਟ ਆਲਸੋ, ਸੋ ਡਿਡ ਡੈਡ. ਜਿੱਦਾਂ ਮੈਨੂੰ ਪਤਾ ਸੀ ਉੱਦਾਂ ਹੀ ਪਾਪਾ ਨੂੰ ਵੀ ਪਤਾ ਸੀਗਾ ਕਿ ਮੰਮੀ ਹੀ ਬੌਸ ਹੈ. ਵੈਸੇ ਹਰ ਘਰ 'ਚ ਮੰਮੀ ਹੀ ਬੌਸ ਹੁੰਦੀ ਹੈ ਨਾ, ਤੁਹਾਡੀ ਮੰਮੀ ਵੀ ਬੌਸ ਹੋਏਗੀ. So we rushed out in a hurry and chatted all the way to the movie hall. इसलिए ਅਸੀਂ फटाफट घरों निकले ते मूवी हॉल जाते हुए रस्ते च गलबात करते रही. Kunal, it's amazing but true that Gandhi ji fasted 14 times after his return to India. Kunal, ये बड़ी अचंभे वाली गल है कि गांधी जी ने 14 टाइम मतलब 14 बार फास्ट किया. फास्ट मतलब वर्त रखना. ਜਦੋਂ ਭਾਰਤ ਵਾਪਸ ਆਏ ਉਸ ਤੋਂ ਬਾਅਦ ਉਹਨਾਂ ਨੇ 14 ਟਾਈਮ ਜਿਹੜਾ ਵਰਤ ਰੱਖਿਆ. ਹੀ ਡਿਡ ਦਿਸ ਟੂ ਪ੍ਰੋਟੈਸਟ ਅਗੇਂਸਟ ਆਲ ਦ ਰੋਂਗਸ ਡਨ ਟੂ ਦ ਕੰਟਰੀਮੈਨ. ਇਹ ਵਰਤ ਜਿਹੜੇ ਉਹਨਾਂ ਨੇ ਜੋ ਬ੍ਰਿਟਿਸ਼ ਲੋਕ ਸਾਡੇ ਦੇਸ਼ ਵਾਸੀਆਂ ਨਾਲ ਗਲਤ ਕਰਦੇ ਸੀ ਉਹਦੇ ਵਿਰੋਧ ਵਿੱਚ ਇਹ ਵਰਤ ਰੱਖੇ ਸੀ. ਐਟ ਦ ਏਜ ਆਫ 61 ਹੀ ਵਾਕਡ 241 miles from Ahmedabad along the coast of the Arabian Sea. coast मतलब किनारा, ठीक है, कि उन्होंने 61 ईयर ਦੀ ਏਜ ਦੇ ਵਿੱਚ 241 ਮਾਈਲਸ ਪੈਦਲ ਯਾਤਰਾ ਕੀਤੀ ਸੀ ਅਰੇਬੀਅਨ ਸੀ ਦੇ ਨਾਲ ਅਹਿਮਦਾਬਾਦ ਤੋਂ ਡਾਂਡੀ ਤੱਕ. ਹੀ ਰੀਚਡ ਡਾਂਡੀ ਆਫਟਰ DAND, ਠੀਕ ਹੈ, ਇਹ ਇੱਥੇ ਮਿਸ ਹੋ ਗਿਆ ਡਾਂਡੀ. He reached Dandi after walking continuously for 24 days. उन्होंने continuously मतलब लगातार 24 दिन तक वो चले सीगे ते वो डांडी पहुंचे सी. His सत्याग्रहीज walked with him on the Dandi march. ਉਹਨਾਂ ਦੇ ਫੋਲੋਅਰਸ ਜਿਹੜੇ ਸੀ ਉਹਨਾਂ ਨੂੰ ਵੀ ਸੱਤਿਆਗ੍ਰਹੀ ਕਹਿੰਦੇ ਸੀਗੇ. ਉਹ ਵੀ ਉਹਨਾਂ ਦੇ ਨਾਲ ਚੱਲੇ ਡਾਂਡੀ ਮਾਰਚ ਦੇ ਵਿੱਚ. ਜੋ ਉਹਨਾਂ ਨੇ 241 ਮਾਈਲਸ ਦੀ ਜੋ ਆਪਣੀ ਵਾਕ ਕੀਤੀ ਸੀ 24 ਡੇਜ਼, ਉਹਨੂੰ ਡਾਂਡੀ ਮਾਰਚ ਕਹਿੰਦੇ ਆ. ਦੇ ਦੈਨ ਪ੍ਰੋਡਿਊਸ ਸਾਲਟ. ਤੇ ਉਦੋਂ ਉਹਨਾਂ ਨੇ ਨਮਕ ਬਣਾਇਆ. ਨਮਕ ਕੀ ਹੁੰਦਾ ਹੈ? ਸਮੁੰਦਰ ਦੇ ਪਾਣੀ ਨੂੰ ਸੁਕਾ ਕੇ ਨਾ ਨਮਕ ਬਣਾਇਆ ਜਾਂਦਾ ਹੈ. ਤੇ ਉਸ ਵੇਲੇ ਕੀ ਸੀ, ਅੰਗਰੇਜ਼ਾਂ ਨੇ ਨਮਕ ਬਣਾਉਣ ਤੇ ਇੰਡੀਅਨਸ ਵਾਸਤੇ ਬੰਦ ਕਰਤਾ ਸੀਗਾ. ਕੋਈ ਵੀ ਇੰਡੀਅਨ ਪ੍ਰੋਡਿਊਸ ਨਹੀਂ ਕਰੇਗਾ. ਅੰਗਰੇਜ਼ ਪ੍ਰੋਡਿਊਸ ਕਰਨਗੇ ਤੇ ਇੰਡੀਅਨ ਉਹਨਾਂ ਤੋਂ ਖਰੀਦਣਗੇ. ਜਿਹੜੀ ਚੀਜ਼ ਮੁਫਤ ਮਿਲਦੀ ਹੈ ਨਾ. ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ, ਖਾਰੇ ਪਾਣੀ ਨੂੰ ਅਲੱਗ ਕਰਕੇ ਉਹਨੂੰ ਸੁਕਾਇਆ ਜਾਂਦਾ ਹੈ. ਪਾਣੀ ਜਿਹੜਾ ਭਾਫ ਬਣ ਕੇ ਉੱਡ ਜਾਂਦਾ, ਨਮਕ ਨੀਚੇ ਰਹਿ ਜਾਂਦਾ ਹੈ ਨਾ. ਕੁਦਰਤੀ ਚੀਜ਼ ਹੈ, ਉਹਦੇ ਤੇ ਵੀ ਉਹਨਾਂ ਨੇ ਟੈਕਸ ਲਗਾਤਾ ਸੀਗਾ ਤੇ ਇੰਡੀਅਨ ਉਹਨੂੰ ਨਹੀਂ ਬਣਾ ਸਕਦਾ ਸੀ. ਇਹ ਵੀ ਉਹਨਾਂ ਨੇ ਰੂਲ ਬਣਾਤਾ ਸੀ. This annoyed the British as it was against the new law that they had made. ਜਿਹੜਾ ਉਹਨਾਂ ਨੇ ਉਹ ਕਿ ਇੰਡੀਅਨ ਨਮਕ ਨਹੀਂ ਬਣਾਏਗਾ ਉਸ ਲਾਅ ਨੂੰ ਦੇ ਅਗੇਂਸਟ ਜਿਹੜਾ ਉਹਨਾਂ ਨੇ ਆ ਕੀਤਾ ਸੀ. ਇਸ ਕਰਕੇ ਅੰਗਰੇਜ਼ ਜਿਹੜੇ ਉਹ ਅਨੋਇਡ ਹੋ ਗਏ, ਗੁੱਸੇ ਹੋ ਗਏ. What a man he was. ਕਿਆ ਆਦਮੀ ਸੀ. Perhaps the greatest, ਸ਼ਾਇਦ ਮਹਾਨ. What do you say that? ਤੁਸੀਂ ਕੀ ਕਹਿੰਦੇ ਹੋ ਪਿਤਾ ਜੀ? Oh yes, I'm sure about that. हाँ, ਮੈਨੂੰ ਪੂਰਾ ਯਕੀਨ ਹੈ ਕਿ ਉਹ ਮਹਾਨ ਸੀ. He lived a life of prayer and meditation. ਉਹ ਜਿਹੜੀ ਉਹਨਾਂ ਆਪਣੀ ਜਿਹੜੀ ਲਾਈਫ ਹੈ ਉਹ 'ਚ ਉਹਨਾਂ ਨੇ ਪ੍ਰੇਅਰਸ ਕੀਤੀਆਂ ਨੇ ਤੇ ਮੈਡੀਟੇਸ਼ਨ ਮਤਲਬ ਕਿ ਸ਼ਾਂਤ ਬਹਿ ਕੇ ਕਿਸੇ ਵੀ ਜੋ ਵੀ ਤੁਸੀਂ ਰੱਬ ਨੂੰ ਮਤਲਬ ਮੰਨਦੇ ਹੋ ਉਹਦਾ ਨਾਮ ਲੈਣਾ ਜਾਂ ਗਹਿਰੀ ਸੋਚ ਵਿੱਚ ਰਹਿਣਾ, ਠੀਕ ਹੈ. ਹੀ ਲਿਵਡ ਅ ਸਿੰਪਲ ਲਾਈਫ ਐਂਡ ਵੋਰ ਲਿਓਨ ਕਲੋਥ ਐਂਡ ਅ ਸ਼ਾਲ. ਉਹਨਾਂ ਨੇ ਬਹੁਤ ਹੀ ਸਿੰਪਲ ਲਾਈਫ ਜੀ ਤੇ ਉਹਨਾਂ ਨੇ ਸਿਰਫ ਇੱਕ ਲੁੰਗੀ ਤੇ ਇੱਕ ਸ਼ਾਲ ਹੀ ਪਹਿਨਿਆ. ਲੰਗੋਟੀ ਜਾਂ ਲੁੰਗੀ ਕਹਿੰਦੇ ਲਿਓਨ ਕਲੋਥ, ਠੀਕ ਹੈ, ਜਿਹੜਾ ਕਿ ਆਪਣੀ ਵੇਸਟ ਦੇ ਆਲੇ ਦੁਆਲੇ ਬੰਨਿਆ ਜਾਂਦਾ ਹੈ. ਹੀ ਏਟ ਓਨਲੀ ਵੈਜੀਟੇਬਲਸ ਐਂਡ ਡਰਿੰਕ ਫਰੂਟ ਜੂਸ ਐਂਡ ਗੋਟਸ ਮਿਲਕ. ਉਹਨਾਂ ਨੇ ਸਿਰਫ ਵੈਜੀਟੇਬਲਸ ਖਾਧੀਆਂ ਤੇ ਫਰੂਟ ਜੂਸ ਤੇ ਬੱਕਰੀ ਦਾ ਦੁੱਧ, ਗੋਟਸ ਮਿਲਕ ਬੱਕਰੀ ਦਾ ਦੁੱਧ ਪੀਂਦੇ ਸੀ ਉਹ. ਇੰਡੀਅਨ ਸਾ ਹਿਮ ਐ ਸੇਂਟ ਔਰ ਗ੍ਰੇਟ ਸੋਲ. ਭਾਰਤੀ ਉਹਨਾਂ ਨੂੰ ਇੱਕ ਪਵਿੱਤਰ ਆਤਮਾ ਮੰਨਦੇ ਸੀਗੇ. ਦੈਟਸ ਵਾਈ ਹੀ ਇਜ਼ ਕਾਲਡ ਮਹਾਤਮਾ.
इसलिए उन्होंने महात्मा कहा जाता सी। अ टाइटल गिवन बाय हिम बाय रविंद्रनाथ टैगोर। रविंद्रनाथ टैगोर एक बहुत ही फेमस वैस्ट बंगाल दे ਉਹ ਹੋਏ ਆ ਪੋਇਟ ਰਾਈਟਰ, ਠੀਕ ਹੈ। ਉਹਨਾਂ ਦਾ ਹੀ ਸ਼ਾਂਤੀ ਨਿਕੇਤਨ ਚੱਲਦਾ ਹੈ, ਠੀਕ ਹੈ। ਉਹਨਾਂ ਨੇ ਮਹਾਤਮਾ ਗਾਂਧੀ ਜੀ ਨੂੰ ਮਹਾਤਮਾ ਦਾ ਟਾਈਟਲ ਦਿੱਤਾ ਸੀਗਾ ਕਿ ਸਭ ਤੋਂ ਪਹਿਲੇ ਮਹਾਤਮਾ ਉਹਨਾਂ ਨੇ ਕਿਹਾ ਸੀਗਾ। ਹੀ ਪ੍ਰੈਕਟਾਈਜ਼ਡ ਨॉन ਵਾਇਲੈਂਸ ਔਰ ਅਹਿੰਸਾ। ਮਹਾਤਮਾ ਗਾਂਧੀ ਨੇ ਹਮੇਸ਼ਾ ਹੀ ਨॉन ਵਾਇਲੈਂਸ ਨੂੰ ਹੀ ਪ੍ਰੈਫਰੈਂਸ ਦਿੱਤੀ, ਉਹਨਾਂ ਨੇ ਉਹਦੀ ਹੀ ਪ੍ਰੈਕਟਿਸ ਕੀਤੀ। ਫਾਈਨਲੀ ਦ ਬ੍ਰਿਟਿਸ਼ realized that violence would not work and they left India। ਅਖੀਰ 'ਚ ਅੰਤ ਵਿੱਚ ਅੰਗਰੇਜ਼ਾਂ ਨੇ ਸੋਚਿਆ ਕਿ ਇੱਥੇ ਵਾਇਲੈਂਸ ਕੰਮ ਨਹੀਂ ਆਏਗੀ ਤੇ ਉਹ ਭਾਰਤ ਨੂੰ ਛੱਡ ਕੇ ਚਲੇ ਗਏ। ਵਾਓ ਪਾਪਾ, it is unbelievable that one man could do so much for his country। ਬਲਕਿ ਪਾਪਾ ਮੈਨੂੰ ਯਕੀਨ ਨਹੀਂ ਹੁੰਦਾ ਕਿ ਇੱਕ ਆਦਮੀ ਆਪਣੇ ਦੇਸ਼ ਲਈ ਇੰਨਾ ਕੁਝ ਕਰ ਸਕਦਾ ਹੈ। He did a lot more for the people। उन्होंने लोगों लिए बहुत कुछ किया। 2 years after the Dandi March, he began a fast unto death। Unto death मतलब fast unto death मतलब मरण वर्त, मरण तक वर्त रखना। To protest against the government's treatment of India's lowest caste, the untouchables। Untouchables ਹੁੰਦੇ ਆ ਜਿਨ੍ਹਾਂ ਨੂੰ ਟੱਚੇਬਲ ਮੀਨਸ ਕਿ ਟੱਚ ਕਰਨਾ, ਅਨਟੱਚੇਬਲ ਜਿਨ੍ਹਾਂ ਨੂੰ ਟੱਚ ਨਹੀਂ ਕੀਤਾ ਜਾਂਦਾ। ਪਹਿਲੇ ਨਾ ਜਾਤ ਪਾਤ ਬਹੁਤ ਚਲਦੀਆਂ ਹੁੰਦੀਆਂ ਸੀਗੀਆਂ। ਅਨਟੱਚੇਬਲ ਜਿਹੜੇ ਕਿ ਸਵੀਪਰਸ ਵਗੈਰਾ ਹੁੰਦੇ ਸੀ ਉਸ ਵੇਲੇ ਦੇ, ਉਹਨਾਂ ਨੂੰ ਅਨਟੱਚੇਬਲ ਕਹਿੰਦੇ। ਸਭ ਤੋਂ ਲੋਐਸਟ ਕਾਸਟ ਜਿਹੜੀ ਹੁੰਦੀ ਸੀ ਅਨਟੱਚੇਬਲ ਕਹਿੰਦੇ ਸੀ। ਗੌਰਮੈਂਟ ਨੇ ਉਹਨਾਂ ਦੇ ਲਈ ਜੋ ਵੀ ਕਾਨੂੰਨ ਲਿਆਂਦੇ ਸੀਗੇ ਜਾਂ ਉਹਨਾਂ ਨਾਲ ਜਿੱਦਾਂ ਦਾ ਟਰੀਟਮੈਂਟ ਕਰਦੇ ਸੀ ਉਹਦੇ ਅਗੇਂਸਟ ਮਹਾਤਮਾ ਗਾਂਧੀ ਜੀ ਨੇ ਮਰਨ ਵਰਤ ਰੱਖ ਲਿਆ ਸੀ। ਹੀ ਕਾਲਡ them ਹਰੀਜਨ ਔਰ ਗॉड्स चिल्ड्रन। महात्मा गांधी ने उन अनटचेबल्स पीपल नू नया नाम दिता हरिजन्स और गॉड्स चिल्ड्रन के रब दे बच्चे। ही आल्सो टोल्ड पीपल टू स्टॉप यूजिंग एनीथिंग मेड बाय द ब्रिटिश एंड बिगिन मेकिंग हैंडमेड क्लोथ कॉल्ड खादी। उन्होंने क्या लोगों नू इंडियंस लोगों नू क्या कि तुसी वो चीज़ां यूज़ करनियां बंद कर दो जो ब्रिटिश जो अंग्रेज़ां ने बनाइया ने, ਤੇ ਹੱਥ ਦੇ ਬਣੇ ਹੋਏ ਕੱਪੜੇ ਪਾਓ ਜਿਹਨੂੰ ਕਿ ਕਹਿੰਦੇ ਖਾਦੀ। ਇਟ ਵਾਸ ਚੀਪ ਐਂਡ ਜਸਟ ਦ ਰਾਈਟ ਥਿੰਗ ਫॉर ਦ ਪੂਅਰ ਟੂ ਮੇਕ ਐਂਡ ਟੂ ਵੀਅਰ। ਇਹ ਸਸਤਾ ਹੈ ਤੇ ਆਸਾਨ ਹੈ ਗਰੀਬ ਲੋਕਾਂ ਲਈ ਬਣਾਉਣਾ ਤੇ ਪਹਿਨਣਾ। ਇਟ ਮੇਡ ਮੈਨੀ ਇੰਡੀਅਨ ਸਿਟੀਜ਼ਨ ਇਟ ਮੇਡ ਮੈਨੀ ਇੰਡੀਅਨ ਰਿਅਲਾਈਜ਼ ਦੈਟ ਦੇ ਕੁਡ ਡੂ देयर ओन वर्क ਐਂਡ ਨਾਟ ਡਿਪੈਂਡ ਔਨ ਅਦਰਸ। ਜਦੋਂ ਇਹ ਖਾਦੀ ਉਹਨਾਂ ਨੇ ਬਣਾਈ ਪਾਈ ਤਾਂ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਹਾਂ ਆਪਾਂ ਆਪਣੇ ਲਈ ਬਹੁਤ ਕੁਝ ਕਰ ਸਕਦੇ ਹਾਂ, ਸਾਨੂੰ ਕਿਸੇ ਹੋਰ 'ਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ, ਕਿਸੇ ਹੋਰ 'ਤੇ ਨਿਰਭਰ ਹੋਣ ਦੀ ਜ਼ਰੂਰਤ ਨਹੀਂ ਹੈ। ਮਤਲਬ ਅਸੀਂ ਆਪਣਾ ਕੱਪੜਾ ਆਪ ਬਣਾ ਸਕਦੇ ਹਾਂ, ਸਾਨੂੰ ਅੰਗਰੇਜ਼ਾਂ ਦੇ ਕੱਪੜਿਆਂ 'ਤੇ ਜਾਂ ਅੰਗਰੇਜ਼ਾਂ ਵੱਲੋਂ ਬਣਾਈਆਂ ਚੀਜ਼ਾਂ 'ਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ ਹੈ। ਗਾਂਧੀ ਵਰਕਡ ਔਨ ਹਿਜ਼ ਸਪਿਨਿੰਗ ਵੀਲ ਔਰ ਚਰਖਾ till the end because he felt like he was eating stolen food if he did not work। गांधी जी अपने अखीर समय तक स्पिनिंग व्हील मतलब चरखे ते काम करते रहे, मतलब कि वो धागा बुनते रहे। उन्होंने ऐ लगता सीगा कि जे वो आप काम करके नहीं खा रहे आ तो जो भी वो खा रहे हो चोरी किया होया खाना है, इसलिए वो अपने अखीर समय तक काम करते रहे। It is pity that गांधी जी did not live long to enjoy his country's freedom। ये बहुत ही दया दी गल है कि गांधी जी बहुत लंबे समय तक देश की आज़ादी नू इंजॉय नहीं कर सके। दैट्स राइट कुणाल, बिल्कुल सही गल है कुणाल, मतलब ए वाले वर्ड कुणाल ने कहे है। इट्स पिटी दैट गांधी डिड नॉट लिव लॉन्ग टू इंजॉय हिज कंट्रीज फ्रीडम। दैट्स राइट कुणाल, ये बिल्कुल सही गल है कुणाल। ही वॉज असैसीनेटेड। असैसीनेटेड मतलब किसी नू मार देना, जिदा एक वर्ड होंदा मर्डर, ठीक है, मर्डर होंदा कॉमनली यूज, ठीक है, पर असैसीनेटेड स्पैशली ਜਦੋਂ ਕੋਈ ਰਾਜਨੀਤਿਕ ਬੰਦਾ ਜਦੋਂ ਉਹਨੂੰ ਮਾਰਿਆ ਜਾਂਦਾ ਹੈ ਨਾ ਉਹਦੇ ਲਈ ਯੂਜ਼ ਕਰਦੇ ਆ ਅਸੈਸੀਨੇਟਡ ਵਰਡ, ਠੀਕ ਹੈ, ਅਸੈਸੀਨੇਸ਼ਨ ਜਾਂ ਅਸੈਸੀਨੇਟ, ਠੀਕ ਹੈ। ਹੀ ਵਾਜ਼ ਅਸੈਸੀਨੇਟਡ ਬਾय ਨਾਥੂਰਾਮ ਗੋਡਸੇ ਔਨ 30th January 1948, less than 6 months after independence। ਕਿ ਆਜ਼ਾਦੀ ਤੋਂ 6 ਮਹੀਨੇ ਤੋਂ ਵੀ ਪਹਿਲੇ ਨਾਥੂਰਾਮ ਗੋਡਸੇ, ਇਹ ਨਾਥੂਰਾਮ ਗੋਡਸੇ ਦੀ ਫੋਟੋ ਹੈ, ਠੀਕ ਹੈ। ਇਹਦੇ ਵੱਲੋਂ 30 ਜਨਵਰੀ 1948 'ਚ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ।
ਹੀ ਵਾਜ਼ ਔਨ ਹਿਸ ਵੇ ਟੂ ਪ੍ਰੇਅਰ ਮੀਟਿੰਗ ਇਨ ਦਿੱਲੀ। ਦਿੱਲੀ ਦੇ ਵਿੱਚ ਉਹ ਆਪਣੀ ਪ੍ਰੇਅਰ ਮੀਟਿੰਗ ਕਰਨ ਜਾ ਰਹੇ ਸੀ ਜਦੋਂ ਨਾਥੂਰਾਮ ਗੋਡਸੇ ਨੇ ਉਹਨਾਂ ਨੂੰ ਮਾਰ ਦਿੱਤਾ ਸੀ। ਡੈਡ ਇਜ਼ ਇਟ ਟਰੂ ਦੈਟ ਯੋਰ ਫਾਦਰ ਵਾਜ਼ ਪ੍ਰੈਜ਼ੈਂਟ ਐਟ ਦ ਪ੍ਰੇਅਰ ਮੀਟਿੰਗ? ਕਿ ਪਾਪਾ ਇਹ ਗੱਲ ਸਹੀ ਹੈ ਕਿ ਉਸ ਪ੍ਰੇਅਰ ਮੀਟਿੰਗ ਵਿੱਚ ਜਦੋਂ ਜਿਸ 'ਚ ਗਾਂਧੀ ਜੀ ਜੀ ਜਾ ਰਹੇ ਸੀ ਉਹ 'ਚ ਤੁਹਾਡੇ ਪਾਪਾ ਵੀ ਮੌਜੂਦ ਸੀ? ਕੁਨਾਲਸ ਫਾਦਰ ਵਾਜ਼ ਸਾਇਲੈਂਟ ਫॉर ਅ ਮੂਮੈਂਟ। ਕੁਨਾਲ ਦੇ ਪਾਪਾ ਥੋੜੀ ਦੇਰ ਲਈ ਚੁੱਪ ਹੋ ਗਏ। ਹੀ ਜਸਟ ਨੋਡਡ ਹਿਸ ਜੈਂਟਲੀ ਐਜ਼ ਦੇ ਰੀਚ ਦ ਮੂਵੀ ਹਾਲ। ਜਦੋਂ ਮੂਵੀ ਹਾਲ ਦੇ ਵਿੱਚ ਪਹੁੰਚ ਕੇ ਉਹਨਾਂ ਜਸਟ ਹਾਂ ਦੇ ਵਿੱਚ ਸਿਰ ਹਿਲਾਇਆ ਕਿ ਹਾਂ ਮੇਰੇ ਪਿਤਾ ਜੀ ਵੀ ਉਸ ਵੇਲੇ ਮੀਟਿੰਗ ਹਾਲ ਵਿੱਚ ਸੀ। Kunal held his father's hand tightly as he said, "Thanks very much, Dad." Kunal ने अपने पापा का हाथ बहुत कस के फड़िया ते क्या थैंक यू पापा। I now know why we have Gandhi ji's picture on so many postage stamps and all currency notes. ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਗਾਂਧੀ ਜੀ ਦੀ ਪਿਕਚਰ ਪੋਸਟੇਜ ਸਟੈਂਪਸ ਤੇ ਨੋਟਸ ਤੇ ਕਿਉਂ ਹੈ। ਪੋਸਟੇਜ ਸਟੈਂਪਸ ਕੀ ਹੁੰਦੀ ਹੈ? ਹੁਣ ਤਾਂ ਤੁਸੀਂ ਚਿੱਠੀਆਂ ਨਹੀਂ ਲਿਖਦੇ ਨਾ, ਪਹਿਲੇ ਚਿੱਠੀ ਲਿਖੀ ਜਾਂਦੀ ਸੀ। ਚਿੱਠੀ ਜਦੋਂ ਲਿਖ ਕੇ ਭੇਜਣੀ ਹੁੰਦੀ ਸੀ ਨਾ ਉਦੋਂ ਇਹ ਸਟੈਂਪ ਲੱਗਦੀ ਹੁੰਦੀ ਸੀ, ਠੀਕ ਹੈ। 50 ਪੈਸੇ ਜਾਂ 25 ਪੈਸੇ ਦੇ ਕੇ ਡਾਕਖਾਨੇ ਤੋਂ ਸਟੈਂਪ ਦਿੰਦੇ ਸੀ, ਉਹ ਸਟੈਂਪ ਚਿੱਠੀ ਤੇ ਲੱਗਦੀ ਹੁੰਦੀ ਸੀ, ਠੀਕ ਹੈ। ਇਹ ਉਸ ਟਾਈਮ ਦੀ ਸਟੈਂਪ ਸੀਗੀਆਂ ਨੇ। ਤੇ ਕਰੰਸੀ ਨੋਟ ਮਤਲਬ ਨੋਟ ਤਾਂ ਸਾਰਿਆਂ ਨੂੰ ਪਤਾ ਹੈ, ਤੁਸੀਂ 100 ਦਾ ਦੇਖ ਲਓ, 50 ਦਾ ਦੇਖ ਲਓ, 500 ਦਾ ਦੇਖ ਲਓ, ਹਰ ਇੱਕ ਤੇ ਕੀ ਹੈ? ਗਾਂਧੀ ਜੀ ਦੀ ਫੋਟੋ ਹੈ। I also know who I will be doing my next school project on, and I know what the heading will be, my hero. ਹੁਣ ਮਤਲਬ ਮੈਂ ਸ਼ੋਰ ਹਾਂ, ਮੈਨੂੰ ਪਤਾ ਹੈ ਕਿ ਮੈਂ ਆਪਣਾ ਜਿਹੜਾ ਨੈਕਸਟ ਸਕੂਲ ਪ੍ਰੋਜੈਕਟ ਹੈ ਉਹ ਕਿਹਦੇ ਤੇ ਕਰਾਂਗਾ ਤੇ ਹੈਡਿੰਗ ਕੀ ਰੱਖਾਂਗਾ? my hero. Gandhi ji was about to begin. Gandhi was about to begin. ਇੱਥੇ ਮਤਲਬ ਇੱਥੇ ਗਾਂਧੀ मूवी का जिक्र है कि गांधी मूवी हुण शुरू होने वाली सी, ठीक है जी। चैप्टर खत्म हो गया। हुण अपने आगे वर्ड मीनिंग। फर्स्ट है रियलाइज, मतलब फर्स्ट रिलीज, फर्स्ट शोन। जिदा मूवी जो रिलीज होंगी है ना, मतलब जो मूवी चालू होंगी है, जिदा कि हर फ्राइडे नू एक नवी मूवी आती है ना, उन्होंने आप कहते हैं मूवी रिलीज हो रही है, ठीक है। बर्थ एनिवर्सरी, बर्थडे सेलिब्रेशन ऑफ अ पर्सन हु हैज़ पास्ड अवे। जो बंदा चला गया है, मतलब कि जिहदी मौत हो गई है, ਉਹਦੀ बर्थ एनिवर्सरी होंगी है, जो जिंदा ਉਹਦਾ बर्थडे मनाया जाता है, ठीक है। नैक्सट है इंडिपेंडेंस, फ्रीडम, आज़ादी। उस तो बाद है प्रोफेशन, जॉब, वर्क और कैरियर, ਇਹਦਾ मतलब है पेशा, ठीक है। नैक्सट है प्रैक्टिस्ड लॉ, वर्कड एज अ लॉयर। मैं तुहानूं समझाया कि जब लॉयर काम करते हैं ਉਹਨੂੰ ਉਹ ਇਸ ਤਰ੍ਹਾਂ ਨਹੀਂ ਕਹਿੰਦੇ ਕਿ ਮੇਰੀ ਜੌਬ ਹੈ, ਉਹਨੂੰ ਕਹਿੰਦੇ ਆ ਪ੍ਰੈਕਟਿਸ ਕਰ ਰਹੇ ਅਸੀਂ, ਵਰਕ ਐਜ਼ ਅ ਲਾਇਰ। ਅਵੋਇਡ, ਕੀਪ ਅਵੇ ਫਰੋਮ। ਅਵੋਇਡ ਕਰਨਾ ਮਤਲਬ ਕਿ ਕਿਸੇ ਚੀਜ਼ ਨੂੰ ਕਿਸੇ ਵੀ ਚੀਜ਼ ਤੋਂ ਕਰਨ ਤੋਂ ਬਚਣਾ ਜਾਂ ਪਰਹੇਜ਼ ਕਰਨਾ, ਠੀਕ ਹੈ। ਨੈਕਸਟ ਹੈ मूवमेंट। मूवमेंट, a large group of people who believe in a large group of people who believe in the same thing and feel the same way. Movement कह लो कि जिदा कि बहुत सारे लोग ਇੱਕੋ ਚੀਜ਼ 'ਚ ਬਿਲੀਵ ਕਰਦੇ ਹੋਣ, ਠੀਕ ਹੈ, ਉਸੇ ਚੀਜ਼ ਨੂੰ ਮੰਨਦੇ ਹੋਣ, ਉਹਨੂੰ ਕਹਿੰਦੇ ਆ ਮੂਵਮੈਂਟ, ਅੰਦੋਲਨ। ਕੀ ਕਹਿੰਦੇ ਆ? ਅੰਦੋਲਨ, ਠੀਕ ਹੈ। नेक्स्ट है नॉन वायलेंस, विदाउट यूजिंग फोर्स और फिजिकली हर्टिंग समवन। बिना फोर्स दे, बिना मार धाड़ दे, ठीक है। कोई भी मूवमेंट चलानी या कुछ भी करना, उन्होंने आप कहने अहिंसा, ठीक है। इंटरप्टेड, टू इंटरप्ट समवन, टू कम इन बिटवीन एंड स्टॉप वट एवर अदर्स आर डूइंग, लाइक स्पीकिंग। मान लो कि दो लोग आपस में बोल रहे, तीसरा आके उन्होंने इंटरप्ट करे कि नहीं पहले मेरी गल सुनो, ठीक है। जिस तरह के कुनाल ते उहदे पापा आपस में गल कर रहे सीगे ते उन्हां दी मम्मी ने आके विच इंटरप्ट कीता, मतलब विचकार दखल देना, ठीक है। फास्टेड, स्टॉप्ड ईटिंग फॉर अ पीरियड ऑफ टाइम, मतलब के व्रत रखना, ठीक है, उपवास रखना या व्रत रखना। प्रोटेस्ट, विरोध करना। ऑब्जेक्ट, टू फाइट अगेंस्ट समथिंग, किसी भी चीज़ की ऑब्जेक्शन लेनी या फिर विरोध करना, ठीक है। कंट्रीमैन, देशवासी, पीपल ऑफ वन ओन्स कंट्री, जिदा आप की हैं भारतवासी, है ना।
कंटिन्यूसली विदाउट स्टॉपिंग, लगातार, ठीक है। प्रोड्यूस्ड, मैन्युफैक्चर्ड, मेड, प्रिपेयर्ड, प्रोड्यूस करना, बनाना, कोई चीज क्रिएट करनी, बनानी। मेडिटेशन, to sit still and think about something without speaking, it make a person feel good। meditation बिल्कुल चुपचाप बह के या तो अपने रब ਨੂੰ याद करना या योगा करनी, ठीक है, बिल्कुल चुपचाप without speaking, ठीक है। लियोन क्लॉथ, a piece of cloth that is worn tied around the waist, लुंगी, ठीक है, लुंगी कहते हैं या लंगोटी कहते हैं, ठीक है। वायलेंस, cruel physical act that hurt or kill people, like beating someone, shooting, throwing bomb, setting fire or sometime, and so on। वायलेंस मतलब मारताड़, लड़ाई झगड़ा करना, ठीक है, हिंसा करनी, ठीक है। नॉन वायलेंस अहिंसा, वायलेंस हिंसा। अनबिलीवेबल, that which cannot be believed, unlikely to be true, मतलब विश्वास ही ना होना, अविश्वसनीय, ठीक है। unto, until मतलब तक, जिद्दां कि unto death, till death, ठीक है, मतलब कि उन्होंने ਜਿਹੜਾ ਵਰਤ ਰੱਖਿਆ ਸੀ fast unto death, ਮਰਨ ਵਰਤ, ਠੀਕ ਹੈ, ਮਰਨ ਤੱਕ ਵਰਤ, unto ਤੱਕ। untouchable, ਜਿਹਨੂੰ ਟੱਚ ਨਾ ਕੀਤਾ ਜਾਵੇ, ਠੀਕ ਹੈ। people who belong to lower caste classes and were thought to be dirty, which is why the upper class people would not touch or go near them। Sadly, there are still some people in India who treat other as untouchable। जो लोअर क्लास ਦੇ ਜਾਂ ਲੋਅਰ ਕਾਸਟ ਦੇ ਲੋਕ ਸੀਗੇ ਨਾ ਉਸ ਜ਼ਮਾਨੇ 'ਚ, ਔਰ ਅੱਜ ਵੀ ਕਈ ਜਗ੍ਹਾ 'ਤੇ ਇੱਦਾਂ ਦਾ ਹੈਗਾ। ਕਈ ਵਾਰ ਤੁਸੀਂ ਨਿਊਜ਼ 'ਚ ਤੁਸੀਂ ਦੇਖੋਗੇ ਕੋਈ ਘੋੜੀ ਚੜ ਗਿਆ ਤੇ ਫਿਰ ਉਹਨੂੰ ਮਾਰਿਆ ਹੈ ਨਾ, ਕੋਈ ਪੂਜਾ ਨਹੀਂ ਕਰ ਸਕਦਾ, ਇਸ ਤਰ੍ਹਾਂ ਦੇ ਕਈ ਅੱਜ ਕੱਲ੍ਹ ਵੀ ਘਟਨਾਵਾਂ ਹੁੰਦੀਆਂ ਨੇ। ਉਹਨਾਂ ਨੂੰ ਅਨਟਚੇਬਲ ਕਹਿੰਦੇ ਆ, ਅਛੂਤ ਲੋਕ, ਠੀਕ ਹੈ। ਨੈਕਸਟ ਹੈ ਡਿਪੈਂਡ, ਰਿਲਾਏ ਹੋਣਾ, ਕਿਸੇ ਤੇ ਡਿਪੈਂਡ ਹੋ ਜਾਣਾ, ਤੁਸੀਂ ਕਿਸੇ ਤੇ ਨਿਰਭਰ ਹੋ, ਠੀਕ ਹੈ। ਪਿਟੀ, ਟੂ ਫੀਲ ਸੌਰੀ ਫॉर ਸਮਵਨ, ਕਿਸੇ ਲਈ ਦਇਆ ਦੀ ਭਾਵਨਾ ਰੱਖਣੀ, ਅਫਸੋਸ ਰੱਖਣਾ, ਠੀਕ ਹੈ। ਅਸੈਸੀਨੇਟਡ, ਮਰਡਰਡ ਐਨ ਇੰਪੋਰਟੈਂਟ ਔਰ ਫੇਮਸ ਪਰਸਨ, ਕਿਸੇ ਵੀ ਇੰਪੋਰਟੈਂਟ ਜਾਂ ਫੇਮਸ ਪਰਸਨ ਦਾ ਮਰਡਰ ਹੋ ਜਾਣਾ, ਖਾਸ ਕਰਕੇ ਰਾਜਨੀਤਿਕ ਪਰਸਨ ਦਾ। ਕਰੰਸੀ, ਮਨੀ ਯੂਜ਼ ਇਨ ਕੰਟਰੀ, ਦੇਸ਼ ਦੇ ਵਿੱਚ ਜੋ ਪੈਸਾ ਯੂਜ਼ ਹੁੰਦਾ ਹੈ ਉਹਨੂੰ ਕਰੰਸੀ ਕਹਿੰਦੇ ਆ, ਠੀਕ ਹੈ। वर्ड मीनिंग खत्म हो गए, हूँ आ गए अपने रनिंग कंप्रीहेंशन। चलो फिर आप ये भी शुरू करते हैं। वैन डिड इंडिया विन इंडिपेंडेंस, इंडिया नू आज़ादी कदों मिली सीगी? इंडिया वॉन इंडिपेंडेंस ऑन 15 अगस्त 1947। ये तो सारा नू पता है ना कि 15 अगस्त 1947 नू देश आज़ाद होया सी। वैन एंड वेयर वाज गांधी जी born? महात्मा गांधी was born on 2nd October 1869 in Porbandar, Gujarat. Would he talk a lot as a child? No, he was a shy child and didn't speak much. वो अपने बचपन से ज़्यादा बोलते नहीं सी, बहुत ज़्यादा shy child सीगे, मतलब शर्माकल। Why would he fast? वो व्रत क्यों रखते सी? Gandhi ji fasted to protest against injustice, to support truth and non-violence, and to unite people peacefully for various social and political causes। गांधी जी ने व्रत रखे इनजस्टिस के खिलाफ, मतलब जो ब्रिटिश लोग, जो अंग्रेज लोग भारत वासियों के खिलाफ जो इनजस्टिस करते सीगे, अन्याय करते सीगे, ठीक है, सच की सपोर्ट लई ते अहिंसा नू सपोर्ट करन लई, एंड ਜਿਹੜੀ ਭਾਰਤ ਵਾਸੀਆਂ ਨੂੰ ਯੂਨਾਈਟ ਇਕੱਠੇ ਕਰਨ ਲਈ ਬਹੁਤ ਸਾਰੇ ਸੋਸ਼ਲ ਤੇ ਪੋਲੀਟੀਕਲ ਕਾਜ਼ਸ ਵਾਸਤੇ, ਜਿੱਦਾਂ ਕਿ ਭਾਰਤ ਛੋੜੋ ਅੰਦੋਲਨ ਹੋ ਗਿਆ, ਜਿੱਦਾਂ ਕਿ ਜਿਹੜੀ ਬ੍ਰਿਟਿਸ਼ ਦੀਆਂ ਚੀਜ਼ਾਂ ਨੇ ਉਹ ਨਾ ਯੂਜ਼ ਕਰੋ, ਸਵਦੇਸ਼ੀ ਯੂਜ਼ ਕਰੋ। ਵੇਅਰ ਡਿਡ ਹੀ ਗੋ ਟੂ ਫਰੋਮ? ਅਹਿਮਦਾਬਾਦ। ਅਹਿਮਦਾਬਾਦ ਤੋਂ ਕਿੱਥੇ ਗਏ ਸੀਗੇ? ਹੀ ਵਾਕਡ ਫਰੋਮ ਅਹਿਮਦਾਬਾਦ to Dandi during the Salt March। ਇਹਨੂੰ ਹੋਰ ਕੀ ਕਹਿੰਦੇ ਆਪਾਂ? Dandi March। What did he do there? He produced salt, है ना? At Dandi he produced salt in defense of British law as a part of the non-violence protest। ਉਹਨਾਂ ਨੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ, ਉਹ ਬਸ ਪੈਦਲ ਤੁਰੇ ਗਏ, ਲੋਕ ਨਾਲ ਜੁੜੀ ਗਏ ਤੇ ਮੁੜ ਕੇ ਉਹ ਪਹੁੰਚ ਕੇ
किथे डांडी, तो उन्होंने उत्थे की किया, उन्होंने उत्थे साल्ट प्रोड्यूस किया। What did Gandhi ji eat? He ate vegetables, drank fruit juice, got milk. He followed a simple vegetarian diet. वो vegetables खांदे सी, फलां दा जूस पींदे सीगे ते बकरी दा दुध पींदे सी। वो वेजिटेरियन डाइट नूं फॉलो करते सी। What does महात्मा means? महात्मा दा मतलब की है? महात्मा means good soul, great soul, महान आत्मा। Who gave him this title? ये टाइटल उन्होंने किने दिता सी? रविंद्रनाथ टैगोर ने दिता सी। The title महात्मा was given to him by Rabindranath Tagore. What would he call the untouchable? उन्होंने untouchable नु की क्या? हरिजन, which means God's children. What is khadi? खादी इज टाइप ऑफ हैंड स्पन एंड हैंड वूवन क्लोथ। हथ ना बनाए ते बुने हुए कपड़े नू खादी कहा जाता है। व्हेन वाज गांधी जी असैसिनेटेड? गांधी जी दा कत्ल कदों होया? गांधी जी वाज असैसिनेटेड ऑन 30th January 1948। हु assassinated him? He was assassinated by नाथूराम गॉडसे। इहदे back exercise of the chapter. First है understanding the lesson। A part की है read this line and answer the questions। पहले ये line पढ़ो तो फिर जो नीचे क्वेश्चन देते हो उन्हें दे आंसर। What a man he was, perhaps the greatest। कितना दा बंदा सी वो, शायद वो महान सी। के मतलब कि कितना दा आदमी सी, कितना महान सी। Who says this line? ये line किन्ने कही? Who is this speaking to? किन्नू कही, ठीक है। Who is he speaking about? किदे बारे ये लाइना कहियां गईयां। Think of 3 adjectives of your own to describe the man he calls the greatest। जिस पर्सन बारे एक ग्रेटेस्ट वर्ड यूज किया जा रहा है ਉਹਦੇ ਉਹਨੂੰ डिस्क्राइब करने ਲਈ 3 एडजेक्टिव यूज करो, ठीक है। की एडजेक्टिव हो सकते हैं। हुण देखो ये लाइन किन्ने कहियां? ये कुणाल ने कहियां सी। किन्नू कहियां सी? अपने पापा नू कहियां सी। किहदे बारे कहियां सी? महात्मा गांधी बारे कहियां सी, महात्मा गांधी जी बारे, ठीक है। चलो आपां आंसर दिन्ने आ। हु सेज दिस लाइन? कुणाल सेज दिस लाइन। हु इज ही स्पीकिंग टू? ही इज स्पीकिंग टू हिज फादर। हु इज ही स्पीकिंग अबाउट? ही इज स्पीकिंग अबाउट महात्मा गांधी जी। Think of 3 adjectives of your own to describe the man he calls the greatest. First, brave. Second adjective, truthful. Third, inspiring. है ना? सही है ना adjective? चलो next है B part। who could have said this? First की we have practiced non-violence और अहिंसा if we want to be free। अगर असी आज़ाद होना चाहते हैं सानू अहिंसा दी प्रैक्टिस करनी चाहिए। सानू लड़ना झगड़ना नहीं चाहिए। जो भी प्रोटेस्ट करने हैं वो शांतिपूर्वक करने। ये किन्ने क्या हो सकता है? ये महात्मा गांधी जी ने क्या सी, ठीक है। वायलेंस विल नो लॉन्गर वर्क इन इंडिया एंड वी मस्ट लीव द कंट्री। लड़ाई झगड़ा या हथियारां नाल भारत नूं हुण ज़्यादा देर तक डराया नहीं जा सकता। हुण सानू देश छड्डना पेगा। ये किन्ने क्या होएगा? द ब्रिटिश रूलर्स। जो भी उस टाइम ब्रिटिशर्स इत्थे होणगे उन्होंने क्या होएगा? वी कैन डू आवर ओन वर्क एंड नॉट डिपेंड ऑन द अदर। सानू अपना काम खुद करना चाहिए है ते दूजा ते निर्भर नहीं होना चाहिए। यह महात्मा गांधी जी। My father was present at the prayer meeting when Gandhi ji was assassinated। ਜਦੋਂ ਗਾਂਧੀ ਜੀ ਦਾ ਕਤਲ ਹੋਇਆ ਮੇਰੇ ਪਿਤਾ ਜੀ ਉਸ ਪ੍ਰੇਅਰ ਮੀਟਿੰਗ 'ਚ ਮੌਜੂਦ ਸੀ। ਕਿਹਦੇ ਪਿਤਾ ਜੀ ਮੌਜੂਦ ਸੀ? ਕੁਨਾਲ ਦੇ ਪਾਪਾ ਦੇ ਪਾਪਾ, ਹੈ ਨਾ। ਆਪਾਂ ਕੀ ਲਿਖਾਂਗੇ? ਕੁਨਾਲਸ ਫਾਦਰ। ਇਹ ਕੁਨਾਲ ਦੇ ਪਾਪਾ ਨੇ ਕਿਹਾ ਹੋਏਗਾ, ਠੀਕ ਹੈ। ਨੈਕਸਟ ਆਨਸਰ ਦੇ ਦ ਫੋਲੋਇੰਗ ਕੁਐਸਚਨਸ। ਚਲੋ ਆਪਾਂ ਸਿੱਧੇ ਕੁਐਸਚਨ ਤੇ ਚੱਲਦੇ ਹਾਂ। What have you learnt about Gandhi ji as a child? ਜਦੋਂ ਗਾਂਧੀ ਜੀ ਬੱਚੇ ਸੀ ਉਹਨਾਂ ਬਾਰੇ ਤੁਸੀਂ ਕੀ ਸਿੱਖਿਆ? ਕਿ ਉਹ ਬਹੁਤ ਹੀ ਸ਼ਾਏ ਬੱਚੇ ਸੀ, ਕਿ ਉਹ ਕਿਸੇ ਨਾਲ ਗੱਲਬਾਤ ਕਰਨੀ ਪਸੰਦ ਨਹੀਂ ਕਰਦੇ ਸੀ। ਉਹ ਬਹੁਤ ਅੱਛੇ ਸਟੂਡੈਂਟ ਵੀ ਨਹੀਂ ਸੀ, ਪਰ ਉਹਨਾਂ ਨੇ ਜੋ ਆਪਣੇ ਪਿਤਾ ਜੀ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਮੈਂ ਕਦੀ ਝੂਠ ਨਹੀਂ ਬੋਲੂੰਗਾ, ਉਸ ਵਾਅਦੇ ਨੂੰ ਉਹਨਾਂ ਨੇ ਪੂਰਾ ਕੀਤਾ, ਪੂਰੀ ਉਮਰ ਨਿਭਾਇਆ।
Gandhiji was a shy and quiet child. He would run home after school to avoid talking to others. He was not a very good student, but he was truthful and once made a promise to his father never to tell a lie, and he kept it. Next है, what do you understand by the word सत्याग्रह? ਤਾਂ ਤੁਸੀਂ ਸੱਤਿਆਗ੍ਰਹਿ वर्ड तो की समझते हो? की समझते हो? दो वर्ड हैं, सत्या प्लस ग्रह, है ना. सत्या इज अ कॉम्बिनेशन ऑफ टू वर्ड्स. सत्या मीन्स ट्रुथ, मतलब सच्चाई, एंड आग्रह मीन्स फर्मनेस और इंसिस्टेंस. It refers to non-violence, resistance or peaceful protest to stand up for what is right. जो भी सच है, ठीक है, जो भी सही है, ਉਹਦੇ ਲਈ ਸ਼ਾਂਤੀਪੂਰਨ ਖੜੇ ਰਹਿਣਾ ਤੇ ਫਰਮ ਰਹਿਣਾ, ਕਿ ਟਿਕੇ ਰਹਿਣਾ, ਠੀਕ ਹੈ. ਨਿਸ਼ਚੈ ਕਰ ਲਿਆ ਤੇ ਕਰ ਲਿਆ, ਹੈ ਨਾ. ਗਾਂਧੀ ਜੀ ਵਾਜ਼ ਅ ਸਿੰਪਲ ਮੈਨ. ਹਾਊ ਡੂ ਵੀ ਨੋ ਦਿਸ? ਗਾਂਧੀ ਜੀ ਸਿੰਪਲ ਮੈਨ ਸੀ. ਤੁਹਾਨੂੰ ਕਿੱਦਾਂ, ਮਤਲਬ ਸੌਰੀ ਵਿੱਚੋਂ ਨਾ ਇੱਕ ਫੋਨ ਆ ਗਿਆ ਸੀਗਾ, ਜ਼ਰੂਰੀ ਸੀ. ਚਲੋ ਕੰਟੀਨਿਊ ਕਰਦੇ ਹਾਂ. ਗਾਂਧੀ ਜੀ ਵਾਜ਼ ਅ ਸਿੰਪਲ ਮੈਨ, ਮਤਲਬ ਗਾਂਧੀ ਜੀ ਇੱਕ ਸਾਧਾਰਨ ਆਦਮੀ ਸੀ. ਹਾਊ ਡੂ ਵੀ ਨੋ ਦਿਸ? ਸਾਨੂੰ ਇਹ ਕਿੱਦਾਂ ਪਤਾ ਚੱਲਦਾ ਹੈ? ਕਿੱਦਾਂ ਪਤਾ ਚੱਲਦਾ ਹੈ? ਉਹਨਾਂ ਦੇ ਰਹਿਣ ਸਹਿਣ ਤੋਂ. ਉਹ ਕਿੱਦਾਂ ਰਹਿੰਦੇ ਸੀ, ਕੀ ਖਾਂਦੇ ਸੀ, ਕੀ ਪਾਉਂਦੇ ਸੀ, ਹੈ ਨਾ. ਉਹਨਾਂ ਦੀ ਲਾਈਫ ਸਟਾਈਲ ਕੀ ਸੀ, ਲਾਈਫ ਲਿਵਿੰਗ ਕੀ ਸੀ, ਹੈ ਨਾ. ਚਲੋ, ਗਾਂਧੀ ਜੀ ਲਿਵਡ ਅ ਵੈਰੀ ਸਿੰਪਲ ਲਾਈਫ. ਗਾਂਧੀ ਜੀ ਨੇ ਬਹੁਤ ਸਾਧਾਰਨ ਜ਼ਿੰਦਗੀ ਜੀ. ਹੀ ਵੋਰ ਓਨਲੀ ਅ ਲਿਓਨ ਕਲੋਥ ਐਂਡ ਅ ਸ਼ਾਲ, ate vegetables and drank fruit juice and goat's milk. ਉਹਨਾਂ ਨੇ ਸਿਰਫ ਲੁੰਗੀ ਤੇ ਸ਼ਾਲ ਪਹਿਨਿਆ ਆਪਣੇ ਸਰੀਰ ਤੇ ਸਬਜ਼ੀਆਂ ਖਾਧੀਆਂ ਤੇ ਫਲਾਂ ਦਾ ਜੂਸ ਤੇ ਬੱਕਰੀ ਦਾ ਦੁੱਧ ਪੀਤਾ. ਹੀ ਲਿਵਡ ਬਾਈ ਪ੍ਰੇਅਰ ਐਂਡ ਮੈਡੀਟੇਸ਼ਨ ਐਂਡ ਵਰਕਡ ਔਨ ਹਿਸ ਸਪਿਨਿੰਗ ਵੀਲ ਚਰਖਾ ਡੇਲੀ. ਉਹ ਪ੍ਰੇਅਰਸ ਕਰਦੇ ਸੀ, ਮੈਡੀਟੇਸ਼ਨ ਕਰਦੇ ਸੀ ਤੇ ਆਪਣੇ ਚਰਖੇ ਤੇ ਜ਼ਿਆਦਾਤਰ मतलब हर रोज काम करते सी. ही बिलीव्ड इन डूइंग हिज ओन वर्क एंड हैल्पिंग द पुअर. वो अपना काम खुद करन च विश्वास रखते सी ते गरीबां दी मदद करते सी. इत्थे ना मतलब जद भी गांधी जी किते जांदे सी ना, मैनू याद आया तो मैं दस रही हाँ कि वो ना अपनी बकरी नाल लेके जाते सी, क्योंकि ਉਹਦਾ ही दुध पींदे सीगे. वो कोई भी इदां हाई फाई चीज़ां नहीं यूज़ करते हुंदे सीगे. उन्होंने बकरी का दुध पीना, सादा खाना खाना. What name did Rabindranath Tagore gave Gandhi ji? What does it mean? Rabindranath Tagore ने गांधी जी ਨੂੰ ਕਿਹੜਾ ਨਾਮ ਦਿੱਤਾ ਤੇ ਉਹਦਾ ਕੀ ਮਤਲਬ ਹੈ? ਕੀ ਦਿੱਤਾ ਸੀ ਨਾਮ? Mahatma. Rabindranath Tagore gave him a name Mahatma, which means great soul. ਉਹਦਾ ਮਤਲਬ ਸੀ ਮਹਾਨ ਆਤਮਾ. ਮਹਾਨ ਆਤਮਾ ਨੂੰ ਹੀ ਛੋਟਾ ਕਰਕੇ ਮਹਾਤਮਾ, ਹੈ ਨਾ. ਨੈਕਸਟ ਕੁਐਸਚਨ ਹੈ, why did Gandhi ji ask the people of India to stop using things made by the British? ਗਾਂਧੀ ਜੀ ਨੇ ਲੋਕਾਂ ਨੂੰ ਬ੍ਰਿਟਿਸ਼ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ ਯੂਜ਼ ਕਰਨ ਤੋਂ ਮਨਾ ਕਿਉਂ ਕੀਤਾ? ਕਿਉਂ ਕੀਤਾ? ਤਾਂ ਕਿ ਲੋਕ ਆਪਣਾ ਖੁਦ ਬਣਾਉਣ, ਖੁਦ ਕਰਨ, ਇੰਡੀਪੈਂਡੈਂਟ ਹੋਣ, ਹੈ ਨਾ. ਗਾਂਧੀ ਜੀ ਵਾਂਟਡ ਇੰਡੀਅਨਸ ਟੂ ਬਿਕਮ ਸੈਲਫ ਰਿਲਾਇੰਟ, ਮਤਲਬ ਆਪਣੇ ਆਪ ਤੇ ਹੀ ਡਿਪੈਂਡ ਹੋਣਾ, ਐਂਡ not depend on the British. ਤੇ British ਤੇ depend ਨਾ ਹੋ. By boycotting British goods and promoting khadi, handmade cloth, he encouraged people to support local craft, earn a living and show resistance to British rule peacefully. ਉਹਨਾਂ ਨੇ ਬਾਈਕਾਟ ਕੀਤਾ British goods ਦਾ, ਮਤਲਬ ਜੋ ਵੀ ਬ੍ਰਿਟਿਸ਼ ਵੱਲੋਂ ਇੱਥੇ ਚੀਜ਼ਾਂ ਵੇਚੀਆਂ ਜਾਂਦੀਆਂ ਸੀ ਉਹਨਾਂ ਦਾ ਬਾਈਕਾਟ ਕਰਕੇ. ਖਾਦੀ ਜੋ ਹੈਂਡਮੇਡ ਕੱਪੜਾ ਹੁੰਦਾ ਸੀਗਾ, ਠੀਕ ਹੈ, ਜੋ ਕਿ ਚਰਖੇ ਤੇ ਬੁਣਿਆ ਜਾਂਦਾ ਸੀਗਾ ਉਹਦਾ ਧਾਗਾ, ਠੀਕ ਹੈ, ਤੇ ਫਿਰ ਲੋਕਲ ਲੋਕ ਹੀ ਉਹਨੂੰ ਕਰਾਫਟ ਕਰਦੇ ਸੀਗੇ, ਠੀਕ ਹੈ, ਉਹ ਕੱਪੜਾ ਪਾਉਣ ਲਈ, ਤਾਂ ਕਿ ਉਹਨਾਂ ਕੋਲ ਵੀ ਪੈਸਾ ਹੋਵੇ ਜੀਵਨ ਜਿਉਣ ਲਈ, ਠੀਕ ਹੈ. ਤੇ ਇਹ ਇੱਕ ਤਰੀਕਾ ਸੀਗਾ ਪ੍ਰੋਟੈਸਟ ਦਾ ਬ੍ਰਿਟਿਸ਼ ਦੇ ਅਗੇਂਸਟ. ਵਾਈ ਡੂ ਯੂ ਥਿੰਕ ਕੁਨਾਲ ਕਾਲਡ ਗਾਂਧੀ ਜੀ ਹਿਜ਼ ਹੀਰੋ? ਤੁਹਾਨੂੰ ਕਿਉਂ ਲੱਗਦਾ ਕਿ ਕੁਨਾਲ ਨੇ ਗਾਂਧੀ ਜੀ ਨੂੰ ਆਪਣਾ ਹੀਰੋ ਕਿਹਾ? ਕਿਉਂਕਿ ਉਹਨੂੰ ਲੱਗਦਾ ਸੀ ਇੱਕ ਬੰਦਾ ਇੰਨਾ ਕੁਛ ਕਰ ਗਿਆ, ਹੈ ਨਾ. Kunal called Gandhi ji his hero because he was deeply inspired by everything Gandhi ji did for India. क्योंकि वो बहुत ही ज़्यादा इंस्पायर हो गया सीगा जो भी गांधी जी ने देश वास्ते किया.
his truthfulness, non-violence, sacrifices and simple way of life। जो भी होती मतलब क्योंकि गांधी जी कदी झूठ नहीं बोलते ਸੀਗੇ, ਕਦੀ ਵੀ ਉਹ ਵਾਇਲੈਂਸ ਨਹੀਂ ਹੁੰਦੇ ਸੀ, ਉਹ ਅਹਿੰਸਾ ਦਾ ਪਾਠ ਸਿਖਾਉਂਦੇ ਸੀ ਤੇ ਉਹਨੂੰ ਫੋਲੋ ਕਰਦੇ ਸੀ। ਸੈਕਰੀਫਾਈਸ ਮਤਲਬ ਉਹਨਾਂ ਨੇ ਕਿੰਨੇ ਸਾਰੇ ਵਰਤ ਰੱਖੇ, ਈਵਨ ਉਹਨਾਂ ਨੇ ਤੇ ਮਰਨ ਵਰਤ ਤੱਕ ਰੱਖਿਆ ਸੀਗਾ। ਉਹਨਾਂ ਨੇ ਸਾਲਟ ਜਿਹੜਾ ਸੀਗਾ ਡਾਂਡੀ ਮਾਰਚ, ਸਾਲਟ ਮਾਰਚ ਕੀਤਾ ਸੀਗਾ, ਠੀਕ ਹੈ। ਔਰ ਉਹਨਾਂ ਦੀ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਹੈ ਨਾ, ਕਿਉਂਕਿ ਬਿਲਕੁਲ ਸਾਦੇ ਕੱਪੜੇ ਪਾਉਂਦੇ ਸੀਗੇ ਪਰ ਉਹਨਾਂ ਦੀ ਥਿੰਕਿੰਗ ਬਹੁਤ ਹਾਈ ਸੀ। ਕੁਨਾਲ ਰਿਅਲਾਈਜ਼ ਦੈਟ ਗਾਂਧੀ ਜੀ ਵਾਜ਼ ਅ ਗ੍ਰੇਟ ਲੀਡਰ ਹੂ ਬ੍ਰੌਟ ਫਰੀडम ਟੂ ਇੰਡੀਆ ਥਰੂ ਪੀਸ ਐਂਡ ਕਰੇਜ। ਗਾਂਧੀ ਜੀ ਨੇ ਸ਼ਾਂਤੀ ਤੇ ਹਿੰਮਤ ਨਾਲ ਜਿਹੜੀ ਆਜ਼ਾਦੀ ਭਾਰਤ ਵਿੱਚ ਲਿਆਂਦੀ। नेक्स्ट है ऑल अबाउट वर्ड्स। फर्स्ट की है अनबिलीवेबल, अनटचेबल। These words have been formed by adding un to other words. Un plus believable. Believable मतलब विश्वास लायक, un लगाता तो opposite हो गया, बेविश्वास सी या इत्ते विश्वास ही नहीं किया जा सकता। टचेबल मतलब जिस चीज़ को टच किया जा सकता है, अनटचेबल जिन्हों टच नहीं किया जा सकता है। We often do this to form the opposites of a word. For example, true, untrue, true, such, untrue, झूठ। Form the opposite of the following words by adding un. केड़े word? Just, do, certain, beaten, tie, clean, tidy, well. Each word using the correct word to fill the blanks. चलो fill in the blanks करते हैं ਆਪਾਂ। A He never settle his room. That is why it is always वो कभी भी अपना रूम सेट नहीं करता, मतलब कि सवारदा नहीं है। ਇਹਦਾ मतलब ਉਹਦਾ रूम की होएगा? गंदा होएगा। गंदे ਦਾ opposite ਇੱਥੇ ਕੀ ਹੈ? tidy। ਤਾਂ ਆਪਾਂ ਕੀ ਕਰਾਂਗੇ? tidy मतलब ਸਾਫ ਸੁਥਰਾ है ना, गंदे ਦਾ opposite है। ਆਪਾਂ ਇੱਥੇ ਕੀ ਕਰਾਂਗੇ? untidy है ना, un लगा के tidy, ठीक है। that is why it is always untidy। You will fall ill if you live in dash surroundings। देखो unwell भी कर सकते हैं आपा, ठीक है, और unclean भी कर सकते हैं, ठीक है। clean साफ ਹੁੰਦਾ है, unclean गंदा, ठीक है। You will fall ill if you live in unclean surroundings। unwell surroundings भी कर सकते हो, unclean surroundings भी कर सकते हो। She was feeling dash after standing in the hot sun for a long time। ਉਹ ਸੂਰਜ ਦੇ मतलब कि ਧੁੱਪ ਵਿੱਚ ਜ਼ਿਆਦਾ ਦੇਰ ਖੜੀ ਰਹੀ, ਇਸ ਕਰਕੇ ਉਹ ਕੀ ਫੀਲ ਕਰ ਰਹੀ ਸੀ? ਬਿਮਾਰ ਫੀਲ ਕਰ ਰਹੀ ਹੋਏਗੀ। ਵੈਲ ਠੀਕ ਹੁੰਦਾ ਹੈ, ਇੱਥੇ ਕੀ ਆਏਗਾ? ਅਨਵੈਲ, ਕਿ ਉਹ ਆਪਣੇ ਆਪ ਨੂੰ ਬਿਮਾਰ ਫੀਲ ਕਰ ਰਹੀ ਸੀ, ਉਹ ਠੀਕ ਫੀਲ ਨਹੀਂ ਕਰ ਰਹੀ ਸੀ ਜ਼ਿਆਦਾ ਦੇਰ ਧੁੱਪ 'ਚ ਖੜੇ ਰਹਿਣ ਤੋਂ ਬਾਅਦ। कोलकाता नाइट राइडर्स रिमेन डैश इन द टूर्नामेंट। कोलकाता नाइट रिमाइंस अनबीटन, ठीक है, मतलब उन्होंने हराया नहीं जा सकिया, ठीक है। बीटन मतलब इतने मारताड़ नहीं, हराना, ठीक है, हारना, और अनबीटन हराया नहीं जा सकिया। दे डिड नॉट लाइक देयर किंग बिकॉज ही वाज की होएगा? जस्ट अनजस्ट, मतलब जस्ट कि वो सारिਆਂ ਨਾਲ जस्टिस करता है, अनजस्ट कि वो अन्याय करता है सारिਆਂ ਤੇ, ठीक है। It is dash whether he will come to school tomorrow। It is uncertain whether। weather uncertain ਹੁੰਦਾ ਹੈ, मतलब weather ਦਾ ਕੋਈ ਵੀ ਨਹੀਂ ਹੁੰਦਾ ਹੈ, ਹੁਣੇ ਧੁੱਪੇ ਹੁਣੇ ਬੱਦਲ ਹੁਣੇ ਮੀਂਹ ਪੈ ਗਿਆ, ਹੁਣੇ ਧੁੱਪ ਨਿਕਲ ਗਈ, ਹੈ ਨਾ। uncertain whether he will come to school tomorrow। Why don't you dash your laces? laces ਨੂੰ ਕੀ ਕਰਦੇ हैं? टाई, है ना, टाई करते हैं, और इतने की है? untie, अन लगाना है। Why don't you untie your laces? कि तुसी अपने laces खोलते क्यों नहीं हो? He had been rude so many people, कि वो हर बंदे नाल rude रहंदा है। He wondered what he could do to dash the damage। कि ਉਹ ਇਹਨੂੰ ਜੋ ਵੀ ਡੈਮੇਜ ਕਿਸੇ ਨਾਲ ਰੂਡ ਬੋਲਦੇ ਹੋ ਤੁਸੀਂ, ਤੇ ਇੱਕ ਡੈਮੇਜ ਹੁੰਦੀ ਹੈ ਨਾ ਤੁਹਾਡੀ ਇਮੇਜ ਦੀ ਡੈਮੇਜ ਹੁੰਦੀ, ਉਹਨੂੰ ਅਨਡੂ ਕਿੱਦਾਂ ਕਰ ਸਕਦਾ ਹੈ, ਠੀਕ ਹੈ। ਹੀ ਵੌਂਡਰਡ ਵਟ ਹੀ ਕੁਡ ਡੂ ਟੂ ਅਨਡੂ ਦ ਡੈਮੇਜ, मतलब अनडू मतलब जो चीज़ होई ਉਹਨੂੰ रिवर्स करना, ठीक है। चलो नेक्स्ट है सेकेंड पार्ट ऑल अबाउट वर्ड्स का। गांधी जी बिगेन
many handmade clothes called khadi. Gandhi ji began making handmade clothes called khadi. Gandhi ji ने हथ ना कपड़ा बनाना शुरू किया जिन्हों कहते खादी. In this sentence, two words handmade have been joined together by a small dash hyphen. ये जरा hyphen लग गया है, ठीक है, to form a single word handmade, which means made by hand. ਹੁਣ ਇੱਥੇ ਕੀ ਹੈ, ਸਾਨੂੰ ਕੁਝ ਹਾਈਫਨੇਟਡ ਚੀਜ਼ਾਂ ਦਿੱਤੀਆਂ ਹੋਈਆਂ ਨੇ, ਠੀਕ ਹੈ. ਫਿਲ ਇਨ ਦ ਬਲੈਂਕਸ ਟੂ ਕੰਪਲੀਟ ਥੀਸ ਵਰਡਸ ਜੁਆਇਨਡ ਬਾय ਅ ਹਾਈਫਨ. ਜਿਸ ਤਰ੍ਹਾਂ ਇੱਥੇ ਦੇਖੋ, ਮੇਡ ਬਾय हैंड ਬਣ ਗਿਆ हैंडमेड, ਠੀਕ ਹੈ, ਮਤਲਬ ਇਹਨੂੰ ਡਿਸਕ੍ਰਾਈਬ ਕੀਤਾ ਹੋਇਆ हैंडमेड ਨੂੰ. ਇਸੇ ਤਰ੍ਹਾਂ ਕੀ ਹੈ, ਸਾਨੂੰ ਇੱਥੇ ਫਿਲ ਇਨ ਦ ਬਲੈਂਕਸ ਦਿੱਤੇ ਹੋਏ ਆ ਔਰ ਇੱਥੇ ਉਹਨੂੰ ਡਿਸਕ੍ਰਾਈਬ ਕੀਤਾ ਹੋਇਆ. ਜਿੱਦਾਂ ਸਟਿਕ ਕੈਰੀਡ ਫॉर ਸਪੋਰਟ ਵੈਨ ਵਾਕਿੰਗ ਜਦੋਂ ਚੱਲਣਾ ਹੈ ਆਪਣੀ ਹੈਲਪ ਵਾਸਤੇ ਇੱਕ ਸਟਿਕ ਹੁੰਦੀ ਹੈ, ਠੀਕ ਹੈ, ਜਿੱਦਾਂ ਬਜ਼ੁਰਗ ਲੋਕ ਜਾਂ ਜੋ ਹੈਂਡੀਕੈਪ ਹੈ ਉਹ ਲੋਕ ਯੂਜ਼ ਕਰਦੇ ਆ, ਠੀਕ ਹੈ. ਉਹਨੂੰ ਕੀ ਕਹਿੰਦੇ ਆ, ਉਹਨੂੰ ਕਹਿੰਦੇ ਆ ਵਾਕਿੰਗ ਸਟਿਕ. ਵਾਕਿੰਗ ਸਟਿਕ ਆਪਾਂ ਇੱਥੇ ਕਰ ਲਿਆ, ਠੀਕ ਹੈ, ਵਾਕਿੰਗ ਸਟਿਕ. ਨੈਕਸਟ ਹੈ ਡਨ ਟੂ ਪ੍ਰੋਟੈਕਟ ਵਨ ਸੈਲਫ. ਆਪਣੇ ਆਪ ਦੀ ਸੁਰੱਖਿਆ ਵਾਸਤੇ, ਆਪਣੇ ਆਪ ਦੀ ਸੁਰੱਖਿਆ ਵਾਸਤੇ ਕੀ ਹੁੰਦਾ ਹੈ, ਸੈਲਫ ਡਿਫੈਂਸ. ਕੀ ਹੁੰਦਾ ਹੈ, ਸੈਲਫ ਡਿਫੈਂਸ. ਅ ਟਾਈ ਵॉर्न in the form of a bow. bow ਦੀ ਸ਼ੇਪ 'ਚ ਜੋ ਟਾਈ ਪਾਈ ਜਾਂਦੀ ਹੈ ਉਹਨੂੰ ਕਹਿੰਦੇ ਆ bow tie, ਠੀਕ ਹੈ. job that a person has through the day and the entire week. ਕਿ ਇੱਕ ਬੰਦਾ ਜਿਹੜਾ ਕਿ ਪੂਰਾ ਦਿਨ ਪੂਰੇ ਹਫਤੇ ਕੰਮ ਕਰਦਾ ਹੈ ਉਹਨੂੰ ਕਹਿੰਦੇ ਫੁੱਲ ਟਾਈਮ ਜੌਬ. ਕਿਹੜੀ ਜੌਬ ਕਹਿੰਦੇ ਆ, ਫੁੱਲ ਟਾਈਮ ਜੌਬ, ਠੀਕ ਹੈ. we love to suck or lick it. ਕਿ ਅਸੀਂ ਚੂਸਣਾ ਜਾਂ ਚਟਣਾ ਜਿਹਨੂੰ ਪਸੰਦ ਕਰਦੇ ਹਾਂ ਉਹ ਕੀ ਹੈ, ਆਈਸਕ੍ਰੀਮ. ਸਾਰਿਆਂ ਨੂੰ ਪਸੰਦ ਹੁੰਦੀ ਹੈ ਨਾ. ਚਲੋ ਨੈਕਸਟ ਹੈ ਗ੍ਰਾਮਰ. ਥਰਡ ਪਾਰਟ ਆ ਗਿਆ ਗ੍ਰਾਮਰ. ਰੀਡ ਦੀ ਸੈਂਟੈਂਸ ਕੇਅਰਫੁਲੀ. ਗਾਂਧੀ ਜੀ ਰੀਚਡ ਡਾਂਡੀ ਆਫਟਰ ਵਾਕਿੰਗ ਕੰਟੀਨਿਊਸਲੀ ਫॉर 24 days. ਠੀਕ ਹੈ, ਇਹ ਯਾਦ ਰੱਖਿਓ ਤੁਸੀਂ ਸੈਂਟੈਂਸ, ਠੀਕ ਹੈ. ਵੀ ਹੈਵ ਅ holiday tomorrow. I returned from Gujarat yesterday. I had gone there to see Gandhi ji's Sabarmati ashram. मैं साबरमती आश्रम देखा होया. He never told lies. You have learned that adjectives tell us more about nouns. देखो continuously, tomorrow, there, never एक ही है, ਇਹ ਦੱਸ ਰਹੀ ਹੈ ਇੱਕ ਦਾ ਦੂਸਰੇ ਨਾਲ ਲਿੰਕ, ਠੀਕ ਹੈ. ਦ ਐਡ ਟੂ ਦ ਮੀਨਿੰਗ ਆਫ ਦ ਵਰਬ, ਮਤਲਬ ਵਰਬ ਦਾ ਮੀਨਿੰਗ ਦੱਸ ਰਹੀ ਕਿ ਵਾਕਿੰਗ ਹੈ ਪਰ ਕਿੱਦਾਂ ਦੀ, ਕੰਟੀਨਿਊਸਲੀ ਹੈ. हॉलीडे पर कदों है, कल है, आने वाले कल, ठीक है. मैं आई रिटर्न फ्रॉम गुजरात, मैं गुजरात गया सी, क्यों गया सीगा, इत्थे गुजरात वापस लिखने दी जगह देयर, उत्थे गया सीगा, ठीक है. ही नैवर टोल्ड अ लाई, झूठ नहीं बोलिया. कदों झूठ नहीं बोलिया, कदे भी झूठ नहीं बोलिया, ठीक है. दे एड टू मीन ऑफ अ वर्ब, ये वर्ब नू मीन देंदे, इन्हां नू कहंदे एडवर्ब. द हाईलाइटेड वर्ड्स इन द सेंटेंस गिवन अबव आर एडवर्ब. ये तुसी इन डिटेल च ते वैसे ग्रामर च पढ़ोगे. इन सेंटेंस ए we can ask how did Gandhi ji walk continuously. Adverb that answer the question how or in what manner in action was performed called adverb of manner. Many adverb of manner are formed from adjectives by adding ly in the end of the word. For example, continuous एक ही है, एडजेक्टिव है, ly लग गया, एडवर्ब बन गया. सैड की एडजेक्टिव है, ly बन गया सैडली, ठीक है. फ्री ly फ्रीली, ठीक है. नेक्स्ट है सेकंड की सीगा वी हैव अ हॉलीडे टुमारो, ठीक है. देखो इन सेंटेंस बी वी कैन आस्क व्हेन डू वी हैव अ हॉलीडे टुमारो. एडवर्ब दैट आंसर द क्वेश्चन व्हेन आर कॉल्ड एडवर्ब्स ऑफ टाइम. जो सानू कदों का आंसर दे रही है एडवर्ब, वो है एडवर्ब ऑफ टाइम. यस्टरडे, नाउ, टुडे, अर्ली, सून, ये सारी एग्जांपल्स हैं एडवर्ब्स ऑफ टाइम दियाँ, ठीक है. इन सेंटेंस सी वी कैन आस्क वेयर हैड ही गॉन देयर,
ठीक है. Adverb that answer the question where or indicate a place are called adverbs of place. For example, here, there, inside, outside, in, above, below. Next है अपने को the sentence. How often does he lies? Never. Adverb that tell us how often or how frequently an action takes place are called adverbs of frequency. For example, always, often, sometimes, usually, rarely, never. मतलब आपका की सीखा है? Adverbs of manner, adverbs of place, adverbs of time and adverbs of frequency. ਹੁਣ ਆਪਾਂ ਨੇ ਉਹ ਚੀਜ਼ਾਂ ਇੱਥੇ ਯੂਜ਼ ਕਰਨੀਆਂ ਨੇ. ਠੀਕ ਹੈ. Complete these sentences by using adverbs. You can choose from the ones given on the next page. Next page वालियां मैं इत्थे ले आंदियां ने. ठीक है. Also write what kind of adverb they are. मैं इत्थे fill करांगी, तुसी kind of लिखना है. ठीक है. The soldier fought, की आएगा bravely. की आएगा bravely. पेन खराब हो गया मेरा. चलो, bravely. The girls worked very quickly to finish the decoration. The hall is upstairs. The students are sitting there. The teacher listened to us patiently. She then told us to wait outside. Our teacher always helps us with our work. I go very often with my father when he goes to the park for a walk. They are going home today. Please come here. ਹੁਣ ਇਹਦੇ ਚ ਤੁਸੀਂ ਮੈਨੂੰ ਉਹ ਦੱਸਣਾ ਹੈ manner, time, place and frequency. ठीक है. चलो. Mahatma Gandhi fought against the British to help India get independence. In this sentence, to has been added to the verb help. We often use to plus a verb in sentence. ਆਪਾਂ mostly इदा use करते हैं verb तो पहले to. Fill in the blanks with to, a verb to complete the sentence. He used dash home straight after school. He used to walk or used to go home straight after school. Indians saw him as a saint and began to call him Mahatma or to address him Mahatma. ठीक है. He and his followers went to Dandi to make salt or to produce salt. Gandhiji did not live long to enjoy this freedom. I am going to write my next school project on Gandhiji. ठीक है. नीचे के देता है make sentence of your own with to walk, to fly, to build, to swim, to ride. ठीक है. आप शुरू करते हैं. फर्स्ट की है to walk. I like to walk in the park every evening. और every morning भी लिख सकते हो तुसी. ठीक है. To fly, birds love to fly high in the sky. To build, they worked hard to build a new library in the village. To swim, Sirat learned to swim during the summer holidays. To write, he wants to write a story about a brave king. Next say, let's write. The boy or girls who never told a lie. Write a short story about 100 to 150 words with this title. Title लिखना है तुसी the boy or girl who never told a lie. ठीक है. 100 to 150 तुसी words लिखने हैं. It could even be a story about someone you know. कोई इदा का भी हो सकता है. ਤੁਹਾਡੀ ਕਲਾਸ 'ਚ ਵੀ ਇਦਾਂ ਦਾ ਕੋਈ ਬੱਚਾ ਹੋ ਸਕਦਾ ਹੈ ਜਿਹਨੇ ਕਦੀ ਝੂਠ ਨਹੀਂ ਬੋਲਿਆ. ਠੀਕ ਹੈ. ਜਾਂ ਜਿਹਦੇ ਬਾਰੇ ਤੁਸੀਂ ਜਾਣਦੇ ਹੋ. ਠੀਕ ਹੈ. ਕਿ ਤੁਸੀਂ ਮਹਾਤਮਾ ਗਾਂਧੀ ਬਾਰੇ ਵੀ ਲਿਖ ਸਕਦੇ ਹੋ. ਠੀਕ ਹੈ. ਤੁਸੀਂ ਲਿਖਣਾ ਹੈ. ਠੀਕ ਹੈ. ਨੈਕਸਟ ਹੈ ਆਸਕ योर grandparents or other relatives who lived during British rule in India what their life was
like at that time। ਵੈਸੇ ਤਾਂ ਹੁਣ ਬਹੁਤ ਘੱਟ ਇੱਦਾਂ ਦੇ ਲੋਕ ਰਹਿ ਗਏ ਆ ਜਿਨ੍ਹਾਂ ਨੇ ਬ੍ਰਿਟਿਸ਼ ਜਦੋਂ ਇੱਥੇ ਸੀਗੇ ਉਦੋਂ ਸੀਗੇ, ਕਿਉਂਕਿ 75 ਈਅਰਸ ਹੋ ਚੁੱਕੇ ਹੈ ਨਾ। ਸਟਿਲ ਹੈਗੇ ਕਈ, ਠੀਕ ਹੈ। ਤੁਸੀਂ ਉਹ ਤੁਹਾਡੇ ਗ੍ਰੈਂਡ ਪੈਰੈਂਟਸ ਵੀ ਹੋ ਸਕਦੇ ਆ ਜਾਂ ਤੁਹਾਡੇ ਰਿਲੇਟਿਵ ਹੋ ਸਕਦੇ ਆ, ਤੁਸੀਂ ਉਹਨਾਂ ਕੋਲ ਜਾਓ, ਉਹਨਾਂ ਤੋਂ ਪੁੱਛੋ ਕਿ ਉਸ ਟਾਈਮ 'ਤੇ ਲਾਈਫ ਕਿੱਦਾਂ ਦੀ ਸੀ, ਉਹਨਾਂ ਦਾ ਸਮਾਂ ਕਿੱਦਾਂ ਦਾ ਸੀਗਾ। ਵਟ ਕਾਈਂਡ ਆਫ ਹਾਰਡਸ਼ਿਪ ਡਿਡ ਦੇ ਹੈਵ ਟੂ ਫੇਸ, ਕਿੱਦਾਂ ਦੀ ਉਹਨਾਂ ਨੇ ਹਾਰਡਸ਼ਿਪ ਫੇਸ ਕੀਤੀ ਹੈ, ਮਤਲਬ ਲਾਈਫ ਕਿੰਨੀ ਹਾਰਡ ਹੁੰਦੀ ਸੀ ਉਹਨਾਂ ਦੀ। ਯੂ ਮਸਟ ਹੈਵ ਸੀਨ ਹਾਊ ਰਿਪੋਰਟਰਸ ਇੰਟਰਵਿਊ ਪੀਪਲ, ਤੁਸੀਂ ਦੇਖਿਆ ਕਿ ਰਿਪੋਰਟਰਸ ਜਿਹੜੇ ਟੀਵੀ ਰਿਪੋਰਟਰਸ ਜਿਹੜੇ ਹੁੰਦੇ ਆ ਉਹ ਕਿੱਦਾਂ ਇੰਟਰਵਿਊ ਲੈਂਦੇ ਆ। ਥਿੰਕ ਆਫ ਯੋਰ ਸੈਲਫ ਐਜ਼ ਅ ਰਿਪੋਰਟਰ ਹੂ ਇਜ਼ ਕੰਡਕਟਿੰਗ ਐਨ ਇੰਟਰਵਿਊ, ਆਪਣੇ ਆਪ ਨੂੰ ਇੱਕ ਰਿਪੋਰਟਰ ਸਮਝ ਕੇ ਉਸ ਬੰਦੇ ਨਾਲ, ਜੋ ਵੀ ਤੁਹਾਡੇ ਗ੍ਰੈਂਡ ਪੇਰੈਂਟਸ ਦੇ ਰਿਲੇਟਿਵ ਜਾਂ ਕੋਈ ਵੀ ਜੋ ਵੀ ਪਰਸਨ ਹੈ ਤੁਹਾਡੇ ਸਾਹਮਣੇ, ਉਹਦੇ ਨਾਲ ਤੁਸੀਂ ਇੱਦਾਂ ਕੁਐਸਚਨ ਕਰੋ ਜਿੱਦਾਂ ਤੁਸੀਂ ਉਹਨਾਂ ਦੀ ਤੋਂ ਇੰਟਰਵਿਊ ਲੈ ਰਹੇ ਹੋ, ਠੀਕ ਹੈ। ਚਲੋ ਨੈਕਸਟ ਹੈ ਲਿਸਨ ਟੂ योर टीचर रीड आउट these words। these words ਕਿਹੜੇ ਨੀਚੇ ਜੋ ਦਿੱਤੇ ਹੈ। pay attention to the syllables that he or she stress on। read the word by syllable by stressing on the correct syllables। they have been underlined to help you। ਜਿੱਦਾਂ any word free word ver word, suitable su s-u-i su है ना, suitable, assassination s-a void v-o-i-d void, meditation t-a-t, amazing m-a may amazing, unbelievable, देखो इतने अनबिलीवेबल LIE ਤੇ लाई ਹੁੰਦਾ ਹੈ ਨਾ, ਪਰ ਇੱਥੇ यूज हो रहा है ली, अनबिलीवेबल। रिलीज LEA लीव। प्रोफेशन फैश यूज हो रहा है प्रोफेशन। वायलेंस VI वायलेंस वायलेंस। नेक्स्ट है लेट्स डू फाइंड आउट फ्यू फैक्ट अबाउट द इंडियन फ्रीडम फाइटर। किसी भी इंडियन फ्रीडम फाइटर के बारे तुसी फैक्ट लिख सकते हो। भगत सिंह भी हो सकते हैं, सुभाष चंद्र आजाद भी हो सकते हैं, ठीक है, नेहरू जी भी हो सकते हैं, ठीक है। किसी बारे तुसी लिखोगे। देन राइट 2 or 3 पैराग्राफ अबाउट हिम और हर। उन्होंने बारे झांसी की रानी भी हो सकती है, मंगल पांडे भी हो सकता है, ठीक है। तुसी किसी भी एक फ्रीडम फाइटर बारे तुसी 2-3 पैराग्राफ लिखने हैं, ठीक है। इस चैप्टर नू वर्कबुक च पढ़ांगे, ठीक है। चलो शुरू करते हैं। फर्स्ट की है कुणाल्स फादर वाज टेकिंग हिम टू सी अ फिल्म इन द मल्टीप्लेक्स। यूज योर डिक्शनरी टू फाइंड आउट द मीनिंग ऑफ दीज वर्ड बिगिनिंग विद मल्टी। कुणाल दे पापा उन्होंने एक फिल्म दिखाने लेके जा रहे सी मल्टीप्लेक्स। मल्टीप्लेक्स प्लैक्स इत्थे मतलब हो गया कि इको थिएटर च जिद्दां कि तुसीं देखो मॉल वगैरह च ना उपर मल्टीप्लैक्स बने होंदे है कि मल्टी स्क्रीन यूज़ कीतियां होंदियां कि इक्को ही कंपलैक्स दे विच 3-4 मूवीज़ चल रही होंदियां अलग अलग उहदे च ऑडिटोरीयम च, ठीक है। उन्होंने कहंदे मल्टीप्लैक्स, ठीक है। इसी तरह नीचे सानू दिते हुए मल्टीपर्पज़, मल्टी स्टोरी, मल्टीग्रेन, मल्टीप्लाई, मल्टीविटामिन, मल्टी मिलेनियर, मल्टीकल्चरल, मल्टी टास्क, ठीक है। डिक्शनरी नू देख के आपां ने इन्हां दे मतलब पता करने, ठीक है। फिर आपां शुरू करते हैं। फर्स्ट है मल्टीपर्पज़। मल्टीपर्पज़ पर्पस मतलब ढंग तरीका या काम है ना। मल्टीपर्पज़ जिहड़ा कि बहुत सारे कामां लई यूज़ हो रहा है, यूज फॉर मैनी डिफरेंट फंक्शनस और एक्टिविटीज़। बहुउद्देशी जो कई कामां लई वरतों विच आ सके। This bag is multi-purpose. It can be used for school, shopping और travel। मतलब इको बैग जिन्हों बार बार तुसी यूज कर सकते हो अलग अलग तरीके नाल, ठीक है। मल्टी स्टोरी अ बिल्डिंग विद मैनी फ्लोर्स और लैवल्स। कहो जी बिल्डिंग जिहदी के बहुत सारे फ्लोर्स होन, बड़ी मतलब कोई फर्स्ट फ्लोर ते रह रहा है, कोई सैकेंड फ्लोर ते रह रहा है। स्कूल देखो वो भी की है मल्टी स्टोरी बिल्डिंग्स होंदी है। तुहाडा अपना स्कूल कितना है 3 to 4 फ्लोर से है गई है ना, बहु मंजिला इमारत। दे लिव इन अ मल्टी स्टोरी अपार्टमेंट कम्प्लेक्स। नेक्स्ट है मल्टी ग्रेन। ग्रेन मतलब अनाज, मल्टी ग्रेन मतलब बहुत सारे अनाज मिला के। मेड फ्रॉम मोर देन वन काइंड ऑफ ग्रेन।
बहु अनाजी। मल्टीग्रेन ब्रेड इज़ हेल्दीयर दैन वाइट ब्रेड। जो ब्राउन ब्रेड आती है मल्टीग्रेन ब्रेड कहते हैं, है ना, वो वाइट ब्रेड नालों हेल्दीयर होंगी है। नैक्सट है मल्टीप्लाई। मल्टीप्लाई की होंगे गुणा करना, है ना, टू इंक्रीज इन नंबर स्पैशली बाय रीप्रोड्यूसिंग और रिपीटेड एडिशन, आल्सो टू परफॉर्म द मैथमेटिकल ऑपरेशन ऑफ मल्टीप्लीकेशन। तुसी ये मैथ च पढ़िया होया गुणा करना, है ना, या वधाना। इफ यू मल्टीप्लाई 5 by 3 यू गेट 15। जे तुसी तीनों 5 ना गुणा करोगे तो आंसर क्या आएगा 15, 15। नेक्स्ट है मल्टी विटामिन। विटामिन तुसी लेंदे हो ना, कोई B12 लेंदा है, कोई B7, B2, है ना। अ सप्लीमेंट कंटेनिंग अ कंबीनेशन ऑफ मल्टी विटामिन्स। कि एक इहो जिहा सप्लीमेंट जिस बहुत सारे विटामिन्स दिते होंगे और तुहाडी जिद्दां तुहाडी एज है, ठीक है, ਉਹਦੇ 'ਚ ਤੁਹਾਨੂੰ ਮਲਟੀਵਿਟਾਮਿਨ ਦਿੱਤੇ ਜਾਂਦੇ ਤਾਂ ਕਿ ਗਰੋਥ ਵਧੀਆ ਹੋਵੇ, ਠੀਕ ਹੈ। ਬਹੁ ਵਿਟਾਮਿਨ ਗੋਲੀ ਜਾਂ ਦਵਾਈ। ਆਈ ਟੇਕ ਮਲਟੀਵਿਟਾਮਿਨ ਐਵਰੀ ਡੇ ਟੂ ਸਟੇ ਹੈਲਦੀ। ਨੈਕਸਟ ਹੈ ਮਲਟੀ ਮਿਲੀਅਨੀਅਰ। अ पर्सन हु हैज़ मैनी मिलियंस इन मनी और असेट्स, मतलब करोड़पति जिन्होंने कहते हैं, कोटियां दा मालक या करोड़पति, ठीक है, अमीर बंदा। शी बिकेम ए मल्टी मिलियनियर आफ्टर हर कंपनी बिकेम अ ह्यूज सक्सेस। नेक्स्ट है मल्टी कल्चरल, इंक्लूडिंग और इन्वॉल्विंग पीपल ऑफ डिफरेंट कल्चर और नैशनैलिटीज़। बहु सांस्कृतिक, जितना कि पंजाब है ना, इत्थे दी संस्कृति अलग है। वैस्ट बंगाल चले जाओ, उत्थे दी संस्कृति अलग है, ठीक है। त्यौहार अलग अलग तरीके नाल मनाए जाते हैं। जिस तरह कि इत्थे अपना क्रिसमस मनाते हैं आप इंडिया च, और अगर तुसी US क्रिसमस देखोगे बहुत डिफरेंस होएगा, ठीक है। तो पर जे सारे कल्चर एक जगह ते इकट्ठे कर दिते जान, जिद्दां अपना जो देश है इंडिया है मल्टी कल्चरल कंट्री है, इसे इको कंट्री दे विच अलग अलग कल्चर रह रही है। इंडिया इज़ अ मल्टी कल्चरल कंट्री विद मैनी ट्रेडिशन एंड लैंग्वेजेस। नेक्स्ट है मल्टी टास्क। टास्क मतलब काम, मल्टी टास्क के इको टाइम बहुत सारे काम करना, टू डू मोर देन वन टास्क एट द सेम टाइम, एक समय विच अलग अलग कई काम करने। मदर ऑफन हैव टू मल्टीटास्क, कुकिंग, हेल्पिंग किड्स एंड वर्किंग ऑल एट वंस। तुसी मदर नू देखो, मदर की मम्मी की करती है, सवेरे सवेरे तुहानू उठा रही है, उधर किचन च खाना भी पक रहा है, उधर मान लो अगर सफाई वाली लगी है तो सफाई कर रही है, उन्होंने भी दस रही नहीं नहीं इधरों 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 कूड़ा कढ़। फिर पापा कह रहे कि मेरा समान नहीं लभ रहा, वो भी लैके दे रही है, नाल ही जाती, फिर कढ़ाई च कड़छी मारती है, फिर तुहाडे कोल आंदी बच्चे उठो, तुहानू चलो जी नहाओ, तुहानू नहला भी रही, कपड़े भी पा रही, इक्को वार किन्ने काम कर रहे, है ना। मम्मा इज ऑलवेज मल्टीटास्किंग। ओके, नेक्स्ट है मेक सेंटेंसेस ऑफ योर ओन विद द फॉलोइंग। फॉलोइंग समथिंग मोर, किसी मतलब चीज तो और ज़्यादा। आई वॉन्ट टू लर्न समथिंग मोर अबाउट स्पेस एंड प्लैनेट्स। फाउट अगेंस्ट, किसी दे विरुद्ध लड़ाई करनी। द सोल्जर्स fought against the enemy bravely. Straight after school, school तो बाद सीधे। She goes to dance class straight after school every day. Never tell a lie, कभी भी झूठ नहीं बोलना। My mother always told me to never tell a lie. Rushed out, बाहर नू भजना। We rushed out of the house when the fire alarm rang. In a hurry, jaldi de vich. He left the room in a hurry because he was late. After his return, ode wapas aun to baad. After his return from the trip, he shared many exciting stories. Did not work, kam nahi kita ya kam nahi hona. The plan did not work as we had hoped. Third, with the help of these meanings, find words from the lesson that contains double letters EESSNNRRTT। नीचे देते हुए देखो हरी, एनिवर्सरी, इच देखो RR डबल है, NN है ना, प्रोफेशन डबल S है, फ्रीडम डबल E है, व्हील डबल E है, चैटेड डबल T है, ठीक है, असैसिनेटेड डबल S, बॉस डबल S, स्पिनिंग डबल N, इंटरप्ट डबल R, ठीक है। आप इत्थे फिल करने। फर्स्ट की है अ पर्सन हु इज इन चार्ज ऑफ द ऑफ अदर पीपल एट वर्क एंड टेल्स देम व्हाट टू डू। एक इहो जिहा पर्सन जो
ਕਿਸੇ ਵੀ ਵਰਕ ਪਲੇਸ ਦਾ ਇੰਚਾਰਜ ਹੋਵੇ ਤੇ ਲੋਕਾਂ ਨੂੰ ਦੱਸੇ ਕਿ ਕੀ ਕਰਨਾ ਹੈ, ਉਹ ਕੀ ਹੁੰਦਾ ਹੈ, ਬੌਸ। ਔਰ ਆਪਣੇ ਲੈਸਨ 'ਚ ਕਿੱਥੇ ਸੀ, ਮਮ ਇਜ਼ ਦ ਬੌਸ ਆਫ ਦ ਹਾਊਸ, ਹੈ ਨਾ। ਰਸ਼ ਔਰ ਡੂ ਸਮਥਿੰਗ ਕੁਇਕਲੀ, ਭੱਜ ਕੇ ਜਾਂ ਬਹੁਤ ਜਲਦੀ ਜਲਦੀ ਕੁਝ ਕਰਨਾ, ਕੀ ਹੁੰਦਾ ਹੈ, ਹਰੀ, ਜਲਦੀ, ਹੈ ਨਾ। ਟਵਿਸਟਿੰਗ ਵੂਲ ਔਰ ਕਾਟਨ ਟੂ ਮੇਕ ਥ्रेड, spinning. One of the round object under a car that turns when it moves. ਕਾਰ ਦੇ ਥੱਲੇ ਇੱਕ ਰਾਉਂਡ ਤਰ੍ਹਾਂ ਦਾ ਆਬਜੈਕਟ ਜਿਹੜਾ ਕਿ ਭੱਜਦਾ ਜਦੋਂ ਔਨ ਕਰੋ, ਕੀ ਇਹ ਹੁੰਦਾ ਹੈ, ਉਹ ਵੀਲ। ਜਦੋਂ ਕਾਰ ਚਲਾਓ ਤਾਂ ਵੀਲ ਚੱਲਦੀ ਹੈ ਨਾ। Came together and discuss something, ਇਕੱਠੇ ਆ ਕੇ ਕਿਸੇ ਇੱਕ ਗੱਲ ਤੇ ਸਲਾਹ ਕਰਨੀ, that is chattered, ਗੱਲ ਕਰਨੀ, ਹੈ ਨਾ। Stop an activity or thought, interrupt. ਮੰਮਾ ਨੇ ਆ ਕੇ ਫਾਦਰ ਤੇ ਬॉय ਨੂੰ, ਕੁਨਾਲ ਨੂੰ ਕੀ ਕੀਤਾ ਸੀ, ਇੰਟਰਪਟ ਕੀਤਾ ਸੀਗਾ। ਅ ਜੌਬ ਸਮਵਨ ਇਜ਼ ਪੇਡ ਟੂ ਡੂ ਇਜ਼ ਪ੍ਰੋਫੈਸ਼ਨ, ਇੱਕ ਇਹੋ ਜਿਹੀ ਜੌਬ ਜਿਹਦੇ ਲਈ ਪੇ ਕੀਤਾ ਜਾਂਦਾ ਹੈ, ਠੀਕ ਹੈ। ਦ ਰਾਈਟ ਟੂ ਡੂ ਔਰ ਸੇ ਵਟ ਯੂ ਵਾਂਟ ਵਿਦਾਊਟ ਐਨੀਵਨ ਸਟੋਪਿੰਗ ਯੂ, ਫਰੀडम, ਆਜ਼ਾਦੀ, ਕੁਛ ਵੀ ਕਰਨ ਦੀ, ਕਿ ਕੋਈ ਤੁਹਾਨੂੰ ਰੋਕੇ ਨਾ। Celebration of an occasion every year on the same date, same date ਨੂੰ ਕੋਈ occasion ਬਾਰ-ਬਾਰ ਆ ਰਿਹਾ ਹੈ, that is anniversary। ਜਿੱਦਾਂ ਕਿ ਮੰਮੀ ਪਾਪਾ ਦੀ ਜਿਸ ਦਿਨ ਮੈਰਿਜ ਹੋਈ, that is marriage anniversary, ਹੈ ਨਾ। Killed or murdered a political head, ਕਿਸੇ ਵੀ political head ਨੂੰ ਮਾਰ ਦੇਣਾ, that is assassinated. Next fourth है, fill in the blanks with these words: across, over, inside, outside, under, beside, on, behind. चलो, Gandhiji's pictures are dash many postage stamps and all Indian currencies. सारी postage stamps ਤੇ Indian currency ਦੇ ਉੱਤੇ ਕਿਹਦੀ ਫੋਟੋ ਹੁੰਦੀ, ਗਾਂਧੀ ਜੀ ਦੀ, ਇਸ ਲਈ ਇੱਥੇ ਕੀ ਆਏਗੀ, on. Gandhiji's pictures are on many postage stamps and all Indian currency notes. He placed his books dash the bag, inside the bag, bag ਦੇ ਅੰਦਰ ਰੱਖੀ ਹੈ ਨਾ। The ball rolled under the car, ball roll ਹੁੰਦੇ ਹੁੰਦੇ ਕਾਰ ਦੇ ਨੀਚੇ ਚਲੀ ਗਈ। I sat beside my mother, ਮੈਂ ਆਪਣੀ ਮਾਂ ਦੇ ਨਾਲ ਬੈਠਿਆ। She was standing behind me in the queue, ਲਾਈਨ ਦੇ ਵਿੱਚੋਂ ਮੇਰੇ ਪਿੱਛੇ ਖੜੀ ਸੀ। ਧੋਨੀ hits the ball outside the ground, ਧੋਨੀ ਨੇ ਬॉल ਨੂੰ ਗਰਾਊਂਡ ਦੇ ਬਾਹਰ ਹਿੱਟ ਕੀਤਾ, ਮਤਲਬ ਹਿੱਟ ਕੀਤਾ ਤੇ ਬॉल ਬਾਹਰ ਚਲੀ ਗਈ। the little boy ran across the road, ਛੋਟਾ ਲੜਕਾ ਸੜਕ ਦੇ ਪਾਰ ਦੌੜਿਆ। the cat jumped over the fence to catch the mouse. चलो नेक्स्ट है, रीअरेंज द जंबल्ड लेटर टू फॉर्म वर्ड्स फ्रॉम द लेसन। इतने कुछ जंबल्ड वर्ड है, मतलब जो जितना पहला है हॉलीडे, देखो तुसी DAILYH वो सारे वर्ड इधर उधर करते हैं, ठीक है। और एक्चुअल जो आना चाहिए उसका सीक्वेंस वो आना चाहिए HOLIDAY, हॉलीडे, ठीक है। इसी तरह दूसरा है मूवी, तीसरा है टुमारो, चौथा है, फोर्थ है वेपन, फिफ्थ है रिटर्न, सिक्स्थ है प्रेयर, 7 है पोस्टेज, 8th है प्रोजेक्ट, ठीक है। इनू तुसी जितना मैं तुहानू दिखाया, तुसी की करना है, अपनी बुक तो बार बार जिहड़े वर्ड्स है अगे पिछे कर करके देखना और राइट वर्ड ते तुसी इदां पहुँच जाओगे। ਇਹਦੇ ਨਾਲ ਹੀ ਵਰਕਬੁੱਕ ਵੀ ਖਤਮ ਹੋ ਗਈ, ਮਤਲਬ ਆਪਾਂ ਲੈਸਨ ਪੜ੍ਹ ਲਿਆ, ਵਰਡ ਮੀਨਿੰਗ, ਰਨਿੰਗ ਕੰਪਰੀਹੈਂਸ਼ਨ, ਬੈਕ ਐਕਸਰਸਾਈਜ਼ ਤੇ ਵਰਕਬੁੱਕ ਕੰਪਲੀਟ ਕਰ ਲਈਏ। ਮਿਲਦੇ ਹਾਂ ਆਪਾਂ ਨੈਕਸਟ ਚੈਪਟਰ ਲਈ ਨੈਕਸਟ ਕਲਾਸ 'ਚ। ਟਿਲ ਦੈਨ ਥੈਂਕ ਯੂ ਫॉर ਵਾਚਿੰਗ, ਲਾਈਕ ਐਂਡ ਸਬਸਕ੍ਰਾਈਬ, ਬਾਏ ਬਾਏ।